ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਅਰਨ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਗੀਤ ਦਾ ਮੁਖੜਾ ਹੈ, ਗੱਲ ਐਡੀ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਓ। ਅਸੀਂ ਕੈਮਰਾ ਆਨ ਹੋਣ ਤੋਂ ਪਹਿਲਾਂ, ਆਨ 에ਅਰ ਹੋਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਲੰਘੀ ਸ਼ਾਮ ਤੋਂ ਨੈਰੇਟਿਵ ਬਦਲਣ ਲੱਗ ਪਿਆ। ਮੇਨ ਸਟ੍ਰੀਮ ਦੇ ਮੀਡੀਆ ਚੋਂ ਅੰਮ੍ਰਿਤਪਾਲ ਦੀਆਂ ਖਬਰਾਂ ਪਿੱਛੇ ਜਾਣ ਲੱਗ ਪਈਆਂ। ਪੂਰਾ ਦਿਨ ਇੱਕੋ ਤਰ੍ਹਾਂ ਦੀਆਂ ਖਬਰਾਂ ਤੋਂ ਬਾਅਦ ਹੁਣ ਖਬਰਾਂ ਦਾ ਤੌਰ ਤਰੀਕਾ ਬਦਲਣ ਲੱਗ ਗਿਆ। ਉਂਝ ਵੈਸੇ ਇਸ ਘਟਨਾਕ੍ਰਮ ਤੋਂ ਪਹਿਲਾਂ ਤੇ ਮਾੜੀ ਜਿਹੀ ਝਾਤ ਪਾਓਗੇ ਤਾਂ ਬੰਦੀ ਸਿੱਖਾਂ ਦਾ ਮੁੱਦਾ ਔਰ ਹੋਰ ਕਈ ਮੁੱਦੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਐਡਰੈਸ ਕਰਨਾ ਕਾਫੀ ਔਖਾ ਲੱਗ ਰਿਹਾ ਸੀ। ਮੁਸ਼ਕਫੂਰ ਹੋ ਗਏ, ਲੱਭੇ ਹੀ ਨਹੀਂ ਕਿਤੇ। ਸਿਆਸਤ ਥੋੜੀ ਜਿਹੀ ਉਂਗਰਨ ਲੱਗੀ ਹੈ, ਅੱਗੇ ਨੂੰ ਵਧਣ ਲੱਗੀ ਹੈ। ਕੋਈ ਵੱਡਾ ਨੈਰੇਟਿਵ ਸਿਰਜਿਆ ਜਾ ਸਕਦਾ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਲੋਕ ਸਾਇਕੀ ਦੇ ਵਿੱਚੋਂ ਪੁਰਾਣੀਆਂ ਖਬਰਾਂ ਮਾਈਨਸ ਕਰਨ ਲਈ ਨਵੀਂ ਖਬਰ ਤਾਂ ਬਣਾਉਣੀ ਪੈਂਦੀ ਆ। ਪਰ ਚਲੋ, ਅਸੀਂ ਇੱਕ ਵਾਰੀ ਹੁਣ ਤੱਕ ਦੇ ਘਟਨਾਕ੍ਰਮ ਨਾਲ ਤੁਹਾਡੀ ਸਾਂਝ ਜ਼ਰੂਰ ਪਵਾਵਾਂਗੇ। ਭਾਸਕਰ ਸਾਹਿਬ ਰੋਜ਼ ਵਾਂਗ, ਪਰ ਲੇਟੈਸਟ ਇਨਫੋਰਮੇਸ਼ਨ ਔਰ ਜੋ ਵੀ ਸਾਡੇ ਕੋਲ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਆਪਣੇ ਸਮਕਾਲੀਆਂ ਦੀ ਨਜ਼ਰ ਤੋਂ, ਉਹਦੇ ਉੱਤੇ ਟਿੱਪਣੀਆਂ ਵੀ ਕਰਾਂਗੇ। ਤੁਸੀਂ ਕਹਿੰਦੇ ਹੁੰਦੇ ਹੋ ਡਿਬੇਟ ਕਰਨ ਦਾ ਕੀ ਫਾਇਦਾ। ਦੂਜੀ ਗੱਲ, ਨੈਸ਼ਨਲ ਲੈਵਲ ਤੇ ਰਾਹੁਲ ਗਾਂਧੀ ਨੂੰ ਹੀਰੋ ਬਣਾ ਲਿਆ ਗਿਆ। ਵਾਰਾ ਖਾਂਦਾ ਸੀ, ਖਾਂਦਾ ਹੋਊਗਾ ਤਾਂ ਹੀ ਬਣਾਇਆ। ਆਪਾਂ ਇਹਦੇ ਤੇ ਵੀ ਗੱਲ ਕਰਾਂਗੇ। ਵੈਸੇ ਅਸੀਂ ਜਦੋਂ ਅੱਤਵਾਦ ਦੀ ਗੱਲ ਕਰਦੇ ਹਾਂ, ਖਾੜਕੂਵਾਦ ਦੀ ਗੱਲ ਕਰਦੇ ਹਾਂ, ਅਸੀਂ ਜਦੋਂ ਨਸ਼ਿਆਂ ਦੀ ਗੱਲ ਕਰਦੇ ਹਾਂ, ਮਰਗਿਆਂ ਦੀ ਗੱਲ ਕਰਦੇ ਹਾਂ, ਮਤਲਬ ਕਤਲਾਂ ਦੀ ਗੱਲ ਕਰਦੇ ਹਾਂ ਕਿਸੇ ਰੂਪ ਚ ਹੋ ਰਹੇ ਹੋਣ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੇ ਸੜਕਾਂ ਨੇ ਖਾ ਲਏ, ਜਿਹੜੇ ਐਕਸੀਡੈਂਟਾਂ ਨੇ ਖਾ ਲਏ। ਹੁਣ ਇੱਕ ਸਵਾਲ ਜਿਹੜਾ ਵਿਧਾਨ ਸਭਾ ਚ ਪੇਸ਼ ਹੋਇਆ, ਤੁਹਾਡੇ ਤੋਂ ਪਰੇ ਨਹੀਂ ਜੇ, ਜਿਹਦਾ ਜੀ ਮਰ ਜੇ ਪੁੱਛ ਕੇ ਦੇਖੋ ਉਹਨੂੰ। ਇੱਕ ਕੋਈ ਅਵਾਰਾ ਜਿਹਾ ਪਸ਼ੂ ਸਾਹਮਣੇ ਆਉਂਦਾ, ਤੁਸੀਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਕੇ ਬਹਿ ਜਾਂਦੇ ਹੋ। 100 ਦੇ ਕਰੀਬ ਕੇਸ ਹਾਈ ਕੋਰਟ ਚ ਲੱਗਿਆ ਜਿਹੜੇ ਕਹਿੰਦੇ ਮੁਆਵਜ਼ਾ ਦਿਓ, ਸਥਾਨਕ ਸਰਕਾਰਾਂ ਵਾਲੇ ਦੇਣ ਜਾਂ ਪੇਂਡੂ ਵਿਕਾਸ ਦੇਵੇ। ਮਹਿਕਮੇ ਆਪਸ ਵਿੱਚ ਲੜੀ ਜਾਂਦੇ ਆ ਕਿਉਂਕਿ ਇਹਨਾਂ ਮਰ ਗਿਆਂ ਦਾ ਕੋਈ ਵਾਲੀ ਵਾਰਸ ਹੈ ਨਹੀਂ। ਹੁਣ ਇਹਦੇ ਤੇ ਬਹਿਸ ਹੋ ਰਹੀ ਆ, ਰਿਪੋਰਟ ਪੇਸ਼ ਹੋਈ ਆ। ਕਿੰਨੇ ਇੱਕ ਪਸ਼ੂ ਸੜਕਾਂ ਤੇ ਨੇ, ਕਿਉਂ ਆ ਜਾਂਦੇ ਨੇ, ਕਿੰਨੇ ਕਤਲ ਹੋ ਰਿਹਾ, ਇਹਨਾਂ ਦੀ ਗਿਣਤੀ ਬੜੀ ਬੇਸ਼ੁਮਾਰ ਜੇ। ਇਹਦੇ ਨਾਲ ਸਾਂਝ ਪਾਉਂਦੇ ਆ ਤੁਹਾਡੀ। ਗੁਰਦਾਸਪੁਰ ਜ਼ਿਲ੍ਹਾ ਮੇਰਾ ਆਪਣਾ ਜ਼ਿਲ੍ਹਾ ਹੈ। ਸੈਕਸ ਰੇਸ਼ੋ ਹੁਣ 1000 ਮੁੰਡਿਆਂ ਪਿੱਛੇ 887 ਕੁੜੀਆਂ ਰਹਿ ਗਈਆਂ। ਭਾਰਤ ਭੂਸ਼ਣ ਆਸ਼ੂ ਕਲ ਜੇਲ੍ਹ ਤੋਂ ਬਾਹਰ ਆ ਗਏ ਆ। ਰਾਜਾ ਵੜਿੰਗ ਸਾਹਿਬ ਸਰਗਰਮੀ 'ਚ ਸ਼ਾਮਲ ਸੀ, ਲੈਣ ਗਏ ਸੀ। ਬਿਜਲੀ ਨਾਲ ਸੰਬੰਧਿਤ, ਥਰਮਲ ਪਲਾਂਟਾਂ ਨਾਲ ਸੰਬੰਧਿਤ ਇੱਕ ਖਬਰ ਤਾਂ ਹੈ ਹੀ ਹੈ। ਆਪਾਂ ਇਹ ਵੀ ਖਬਰ ਜ਼ਰੂਰ ਲੈਣੀ ਆ ਕਿ LG ਨੇ ਹੁਣ ਨਵਾਂ ਫਰਮਾਨ ਜਾਰੀ ਕੀਤਾ ਦਿੱਲੀ ਦੇ ਹਾਕਮ ਨੂੰ, ਜਿਹੜਾ ਕੱਲ ਇੱਥੇ ਜਲੰਧਰ ਦੇ ਵਿੱਚ ਸੀਗਾ। ਸੁਪਰੀਮੋ ਦਾ ਜ਼ਿਕਰ ਕਰਦੇ ਆ। ਭਾਸਕਰ ਸਾਹਿਬ, ਅੱਜ ਸਵੇਰ ਤੱਕ ਅੰਮ੍ਰਿਤਪਾਲ ਦੇ ਵਰਤਾਰੇ 'ਚ ਨਵਾਂ ਕੀ ਵਰਤ ਰਿਹਾ, ਨਵੀਂ ਖਬਰ ਕੀ ਆ, ਅਖਬਾਰਾਂ ਕੀ ਬੋਲ ਰਹੀਆਂ, ਚੈਨਲ ਕੀ ਬੋਲ ਰਿਹਾ? ਹਾਲਾਂਕਿ ਖਬਰ ਪਿਛਾਂ ਜਾ ਰਹੀ ਹੈ, ਪਰ ਤੱਥਾਂ ਸਮੇਤ ਜਿਹੜੀਆਂ ਚੀਜ਼ਾਂ ਪੇਸ਼ ਹੋਈਆਂ, ਰਿਊਮਰਸ ਨਹੀਂ। ਬਾਕੀ ਤੋਂ ਸਾਂਝ ਪਾਓ। ਮਾਰਚ 18 ਆਪਰੇਸ਼ਨ ਅੰਮ੍ਰਿਤਪਾਲ, ਅੱਜ ਬੈਠੇ ਹਾਂ ਅਸੀਂ ਮਾਰਚ 26 ਤੋਂ, ਤਕਰੀਬਨ 9 ਦਿਨ ਹੋ ਗਏ ਨੇ। ਸਵਾਲ ਇੱਕੋ ਹੀ ਹੈ, ਅੰਮ੍ਰਿਤਪਾਲ ਕਿੱਥੇ ਹੈ? ਔਰ ਪੰਜਾਬ ਪੁਲਿਸ ਜਾਂ ਫਿਰ ਉਹ तमाम CCTV ਕੈਮਰੇ ਦੀ ਫੁਟੇਜ ਅੰਮ੍ਰਿਤਪਾਲ ਨੂੰ ਕਿਸੇ ਜਗ੍ਹਾ ਜਾਂਦੇ ਹੋਏ ਦਿਖਾਈ ਜਾਂਦਾ ਹੈ। ਰੇੜੇ ਤੇ ਉਹਦੀ ਤਸਵੀਰ, ਮੋਟਰਸਾਈਕਲ, ਸਕੂਟਰੀਆਂ ਦਾ ਜ਼ਿਕਰ ਹੋਣਾ, ਕਦੀ ਉਹਦਾ ਪਿਪਲੀ ਬੱਸ ਦੇ ਰਾਹੀਂ ਪਹੁੰਚਣਾ ਜਾਂ ਫਿਰ ਪਟਿਆਲੇ ਤੋਂ ਸਕੂਟਰ ਦੇ ਰਾਹੀਂ ਪਹੁੰਚਣਾ ਜਾਂ ਸਕੂਟਰੀ ਦੇ ਰਾਹੀਂ ਪਹੁੰਚਣਾ। ਇਹਦੇ ਵਿੱਚ ਕੁਝ ਅਰੈਸਟ ਜ਼ਰੂਰ ਹੋਈ ਹੈ, ਪਰ ਅੰਮ੍ਰਿਤਪਾਲ ਕਿੱਥੇ ਹੈ, ਇਹ ਇੱਕ ਵੱਡਾ ਸਵਾਲ ਹਜੇ ਵੀ ਬਣਿਆ ਹੋਇਆ ਹੈ। ਕਦੀ ਗੱਲਾਂ ਤੁਰਦੀ ਹੈ ਉੱਤਰਾਖੰਡ ਅੰਮ੍ਰਿਤਪਾਲ ਚਲਾ ਗਿਆ ਜਾਂ ਉੱਤਰਾਖੰਡ ਤੋਂ ਨੇਪਾਲ ਚਲਾ ਗਿਆ। ਦਿੱਲੀ ਦੇ ਬੱਸ ਅੱਡੇ ਦੇ ਵਿੱਚ ਵੀ ਉਹਦੀ ਹੋਣ ਦੀ ਕੁਝ ਖਬਰਾਂ ਚੱਲਦੀ ਹੈ। ਕਿੱਥੇ ਹੈ ਸਾਨੂੰ ਨਹੀਂ ਪਤਾ, ਲੇਕਿਨ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਜਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ, ਅੱਗੇ ਕਹਿਣਾ ਸ਼ਾਇਦ ਗਲਤ ਹੋਏਗਾ, ਪਿੱਛੇ ਜਾ ਰਹੀ ਹੈ। ਉਹਦੇ ਉੱਤੇ ਕੱਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਕਿ ਬੜੀ ਹੈਰਾਨੀ ਵਾਲੀ ਗੱਲ ਹੈਗੀ, 80,000 ਦੀ ਨਫਰੀ, ਜਿਹੜਾ ਹਾਈ ਕੋਰਟ ਨੇ ਕਿਹਾ ਸੀਗਾ 80,000 ਦੀ ਨਫਰੀ ਹੋਣ ਦੇ ਬਾਵਜੂਦ ਵੀ ਇੱਕ ਉਹ ਵਿਅਕਤੀ ਜਿਹਨੂੰ ਫੜਨ ਵਾਸਤੇ ਪੂਰੀ ਪੰਜਾਬ ਪੁਲਿਸ ਪੂਰੀ ਤਾਕਤ ਨਾਲ ਉਹਦਾ ਪਿੱਛਾ ਕਰ ਰਹੀ ਹੈ, ਪਰ ਉਹ ਹਜੇ ਤੱਕ ਪਿੱਛੇ ਨਜ਼ਰ ਆ ਰਹੀ ਹੈ। ਕਹਿੰਦੇ ਲੱਗਦਾ ਤੇ ਨਹੀਂ, ਪਰ ਹੋ ਸਕਦਾ ਹੈ ਅੰਮ੍ਰਿਤਪਾਲ ਪੁਲਿਸ ਦੀ ਕਸਟਡੀ ਦੇ ਵਿੱਚ ਹੋਏ। ਜੇ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਤੇ ਉਹਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ। ਦੂਜੀ ਨਸੀਹਤ ਉਹਨਾਂ ਨੇ ਅੰਮ੍ਰਿਤਪਾਲ ਨੂੰ ਵੀ ਦਿੱਤੀ ਹੈ ਕਿ ਜੇ ਤੁਸੀਂ ਭੱਜ ਰਹੇ ਹੋ, ਜੇ ਅੰਮ੍ਰਿਤਪਾਲ ਭੱਜ ਰਿਹਾ ਹੈ ਤੇ ਉਹਨੂੰ ਨਸੀਹਤ ਦਿੱਤੀ ਜਾਂਦੀ ਹੈ ਕਿ ਉਹ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇ। ਹੁਣ ਇਸ ਨਸੀਹਤ ਨੂੰ ਅੰਮ੍ਰਿਤਪਾਲ ਕਿਸ ਤਰੀਕੇ ਨਾਲ ਲੈਂਦਾ ਪਤਾ ਨਹੀਂ, ਪਰ ਫਿਲਹਾਲ ਉਹ ਲਗਾਤਾਰ ਭੱਜ ਰਿਹਾ ਹੈ। ਖੰਨਾ ਪੁਲਿਸ ਨੇ ਵੀ ਕੱਲ ਆਪਣੀ ਇੱਕ ਇਨਵੈਸਟੀਗੇਸ਼ਨ ਜਾਰੀ ਕਰਦੇ ਹੋਏ ਇਹ ਗੱਲ ਕਹੀ ਕਿ 2 WhatsApp ਗਰੁੱਪ ਜਿਹੜੇ ਤੇਜਿੰਦਰਪਾਲ ਸਿੰਘ ਗਿੱਲ ਦੇ ਮੋਬਾਈਲ ਫੋਨ ਤੋਂ ਮਿਲੇ ਸੀਗੇ, ਜਿਹਦੇ ਵਿੱਚ ਨਕਸ਼ਿਆਂ ਦਾ ਜ਼ਿਕਰ ਸੀਗਾ, ਡਾਲਰ ਦਾ ਜ਼ਿਕਰ ਸੀਗਾ ਤੇ ਨਾਲ ਦੇ ਨਾਲ ATF
ਔਰ AKF ਨਾਮ ਦੇ 2 WhatsApp ਗਰੁੱਪ ਦਾ ਜ਼ਿਕਰ ਸੀਗਾ। ਉਹਨਾਂ WhatsApp ਗਰੁੱਪਾਂ ਦੇ ਵਿੱਚ ਕੌਣ ਹੈਗਾ, ਕਿੱਦਾਂ ਹੈਗਾ, ਸਾਰਿਆਂ ਦੀ ਇਨਵੈਸਟੀਗੇਸ਼ਨ ਅੱਗੇ ਤੁਰ ਗਈ ਹੈ। ਕੱਲ ਕੁਝ CCTV ਕੈਮਰੇ ਦੀ ਫੁਟੇਜ ਨਜ਼ਰ ਆਈ ਕਿ ਉਹ ਪਟਿਆਲੇ ਦੇ ਵਿੱਚ ਵੀ ਦੇਖਿਆ ਗਿਆ ਸੀ। ਜਿਸ ਤਰੀਕੇ ਨਾਲ ਉਸ ਘਰ ਦੇ ਬਾਹਰ ਅੰਮ੍ਰਿਤਪਾਲ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ, ਕਪਲਪ੍ਰੀਤ ਪਹਿਲੇ ਜਾਂਦਾ ਉਸ ਘਰ ਦੇ ਵਿੱਚ, ਇੱਕ ਮਹਿਲਾ ਨਿਕਲਦੀ ਹੈ, ਸਕੂਟੀ ਬਾਹਰ ਕੱਢਦੀ ਹੈ, ਸਕੂਟੀ ਤੋਂ ਬਾਅਦ ਉਸੇ ਸਕੂਟੀ ਦਾ ਕਥਿਤ ਤੌਰ ਤੇ ਕੁਰੂਖੇਤਰ ਜਾਣ ਵਾਸਤੇ ਯੂਜ਼ ਹੋਣਾ, ਸ਼ਾਹਬਾਦ ਜਾਣ ਵਾਸਤੇ ਯੂਜ਼ ਹੋਣਾ, ਔਰ ਬਾਅਦ ਚੋਂ ਸ਼ਾਹਬਾਦ ਤੋਂ ਉਹੀ ਸਕੂਟੀ ਦਾ ਪਟਿਆਲੇ ਵਾਪਸ ਆਣਾ, ਔਰ ਉਹ ਜਿਹੜੀ ਬਲਜੀਤ ਕੌਰ ਹੈ ਉਹ ਉਸ ਸਕੂਟੀ ਨੂੰ ਲੈ ਕੇ ਆਈ ਸੀ। ਇਦਾਂ ਦੀ ਵੀ ਇਨਵੈਸਟੀਗੇਸ਼ਨ ਦੇ ਵਿੱਚ ਗੱਲਾਂ ਨਿਕਲ ਕੇ ਆ ਰਹੀ ਹੈ। ਪਰ ਇਹਨਾਂ ਇਨਵੈਸਟੀਗੇਸ਼ਨਾਂ ਦਾ ਅੰਮ੍ਰਿਤਪਾਲ ਦੇ ਅਰੈਸਟ ਨਾਲ ਕੋਈ ਲੈਣਾ ਦੇਣਾ ਹੈਗਾ, ਇਹ ਨਹੀਂ ਸਮਝ ਆ ਰਿਹਾ। ਅਸੀਂ ਉਹਦੇ ਫੁੱਟਪ੍ਰਿੰਟ ਤੇ ਤਲਾਸ਼ ਕਰ ਰਹੇ ਹਾਂ, ਪਰ ਅੰਮ੍ਰਿਤਪਾਲ ਕਿੱਥੇ ਹੈਗਾ ਸਾਨੂੰ ਬਿਲਕੁਲ ਨਹੀਂ ਪਤਾ। ਖਾਸ ਕਰਕੇ ਪੰਜਾਬ ਪੁਲਿਸ ਨੇ ਇਸ ਬਾਰੇ ਦੇ ਵਿੱਚ ਕੁਝ ਵੀ ਨਹੀਂ ਜਾਣਕਾਰੀ ਦਿੱਤੀ ਕਿ ਕਿੱਥੇ ਜਾ ਸਕਦਾ ਹੈ। ਇਹਦੀ ਸੰਭਾਵਨਾ ਤੇ ਹੈਗੀ ਹੈ। ਉਸ ਤੋਂ ਇਲਾਵਾ ਕੱਲ ਪੰਜਾਬ ਪੁਲਿਸ ਦੀ ਹੀ ਇਨਵੈਸਟੀਗੇਸ਼ਨ ਦੇ ਵਿੱਚ ਵਾਰਿਸ ਪੰਜਾਬ ਦੇ ਨਾਂ ਤੋਂ ਰਲਦੇ ਮਿਲਦੇ 2 ਹੋਰ ਸੁਸਾਇਟੀਜ਼ ਕਹਿ ਲਓ ਜਾਂ ਆਰਗੇਨਾਈਜੇਸ਼ਨ ਕਹਿ ਲਓ ਰਜਿਸਟਰਡ ਹੋਈਆਂ। ਇੱਕ ਹੋਈ ਮੋਗੇ ਤੇ ਦੂਜੀ ਹੋਈ ਫਤਿਹਗੜ੍ਹ ਸਾਹਿਬ। ਜਿਹੜੀ ਮੋਗੇ ਰਜਿਸਟਰਡ ਹੋਈ ਸੀ ਉਹਦੇ ਸਪੈਲਿੰਗ ਮਾੜੇ ਮੋਟੇ ਜਿਹੇ ਚੇਂਜ ਨੇ, ਵਾਰਿਸ ਪੰਜਾਬ ਦੇ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਕਰਕੇ। ਉਹ ਦੀਪ ਸਿੱਧੂ ਜਿਹੜਾ ਵਾਰਿਸ ਪੰਜਾਬ ਦਾ ਇੱਕ ਤਰੀਕੇ ਨਾਲ ਫਾਊਂਡਰ ਸੀਗਾ, ਉਹਦੀ ਡੈਥ ਤੋਂ ਪਹਿਲੇ ਸ਼ੁਰੂ ਹੋਈ ਸੀ। ਔਰ ਇੱਕ ਸੁਸਾਇਟੀ ਬਣੀ ਫਤਿਹਗੜ੍ਹ ਸਾਹਿਬ, ਜਿਹੜੀ ਬਣੀ ਜੁਲਾਈ 4 ਨੂੰ। ਉਸ ਸੁਸਾਇਟੀ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਰਜਿਸਟਰਡ ਕਰਾਇਆ ਗਿਆ। ਉਹਦਾ ਵੀ ਨਾਂ ਰਲਦਾ ਜਲਦਾ ਮਿਲਦਾ ਹੀ ਹੈਗਾ, ਪਰ ਦੋਨਾਂ ਦੇ ਪ੍ਰਧਾਨ ਇੱਕੋ ਹੀ ਨੇ। ਹਰਨੇਕ ਸਿੰਘ ਉੱਪਲ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ। ਹਰਨੇਕ ਸਿੰਘ ਉੱਪਲ ਉਹਨਾਂ ਤੋਂ ਜਦ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਇਹ ਮੰਨਿਆ ਕਿ ਇੱਕ ਅਸੀਂ ਇਹ ਸੁਸਾਇਟੀ ਰਜਿਸਟਰਡ ਕੀਤੀ ਸੀ ਮੋਗੇ, ਜਿਹੜਾ ਗੁਰੂ ਨਾਨਕ ਫਰਨੀਚਰ ਨਾਂ ਦੇ ਇੱਕ ਦੁਕਾਨ ਸੀਗੀ, ਜਿਸ ਦੁਕਾਨ ਦਾ ਮਾਲਕ ਕੌਣ ਸੀਗਾ, ਉਹ ਵਿਅਕਤੀ ਜਿਹੜਾ ਅੱਜ ਅੰਮ੍ਰਿਤਪਾਲ ਦੇ ਨਾਲ ਹੈਗਾ। ਔਰ ਉਸ ਤੋਂ ਬਾਅਦ ਕਿਉਂਕਿ ਇਸ ਸੁਸਾਇਟੀ ਨੂੰ ਪਹਿਲੇ ਰਜਿਸਟਰਡ ਕੀਤਾ ਗਿਆ ਸੀ ਸੰਦੀਪ ਸਿੱਧੂ ਜਾਂ ਦੀਪ ਸਿੱਧੂ ਤੋਂ, ਤੇ ਬਾਅਦ ਚੋਂ ਇਹ ਵੀ ਸੁਸਾਇਟੀ ਕੀਤੀ, ਉਹਨਾਂ ਦਾ ਇਹ ਗੱਲ ਦਾ ਕਲੇਮ ਕਰਨਾ ਕਿ ਸਾਡਾ ਅੰਮ੍ਰਿਤਪਾਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਲਾਂਕਿ ਸਾਡੀ ਸੁਸਾਇਟੀ ਦੇ ਮੈਂਬਰ ਕੁਝ ਅੰਮ੍ਰਿਤਪਾਲ ਦਾ ਸਾਥ ਜ਼ਰੂਰ ਦੇ ਰਹੇ ਸੀਗੇ। ਔਰ ਜਿਹੜਾ ਜੀਜਾ ਜਿਹਦੀ ਗੱਲ ਕਰ ਰਹੇ ਆ ਕਿ ਕਪਲਪ੍ਰੀਤ ਦਾ ਜੀਜਾ ਅਮਰੀਕ ਸਿੰਘ, ਉਹਨਾਂ ਦੀ ਭੈਣ ਸਰਬਜੀਤ ਕੌਰ, ਉਹਨਾਂ ਨੂੰ ਵੀ ਜੰਮੂ ਐਂਡ ਕਸ਼ਮੀਰ ਤੋਂ ਫੜਿਆ ਗਿਆ। ਔਰ ਕਿਹਾ ਜਾ ਰਿਹਾ ਹੈ ਕਿ ਜਦ ਅੰਮ੍ਰਿਤਪਾਲ 18 ਮਾਰਚ ਨੂੰ ਆਪਰੇਸ਼ਨ ਅੰਮ੍ਰਿਤਪਾਲ ਸ਼ੁਰੂ ਹੋਣ ਤੋਂ ਬਾਅਦ ਘੱਟ ਤੋਂ ਘੱਟ 17 ਵਾਰ ਜਿਹੜੀ ਅਮਰੀਕ ਸਿੰਘ ਨਾਲ ਜਾਂ ਆਪਣੀ ਭੈਣ ਨਾਲ ਸਰਬਜੀਤ ਕੌਰ ਨਾਲ ਗੱਲ ਹੋਈ ਹੈ। ਇੱਕ ਵਿਅਕਤੀ ਨੂੰ ਇੰਦੌਰ ਤੋਂ ਵੀ ਫੜਿਆ ਗਿਆ, ਸੁੱਖਾ, ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਹੁਣੇ ਹਾਲ ਵਿੱਚ ਹੀ ਅੰਮ੍ਰਿਤਪਾਲ ਨੇ ਉਹਦੇ ਨਾਲ ਵੀ ਗੱਲ ਕੀਤੀ ਹੈ। ਬੜੀ ਸਾਰੀ ਅਰੈਸਟ ਹੋ ਰਹੀ ਹੈ। ਉਹ ਬਲਜੀਤ ਕੌਰ ਜਿਹੜੀ ਕੁਰੂਖੇਤਰ ਦੀ ਸੀ, ਹੁਣ ਬਲਬੀਰ ਕੌਰ ਜਿਹੜੀ ਪਟਿਆਲੇ ਦੀ ਸੀ, ਔਰ ਦੋਨੋਂ ਹੀ ਕਪਲਪ੍ਰੀਤ ਦੇ ਟੱਚ 'ਚ ਸੀਗੀ। ਇਹਨਾਂ ਸਾਰੀ ਇਨਵੈਸਟੀਗੇਸ਼ਨਸ ਦੇ ਵਿੱਚ ਕੱਢਣ ਪਾਣ ਨੂੰ ਕੁਝ ਹੈ ਕਿ ਨਹੀਂ ਹੈ, ਪਰ ਸਵਾਲ ਉੱਥੇ ਦਾ ਉੱਥੇ ਹੈ ਕਿ ਅੰਮ੍ਰਿਤਪਾਲ ਕਿੱਥੇ ਹੈ। ਉਹ ਸਵਾਲ ਉਦਾਂ ਹੀ ਖੜਿਆ। ਇੱਕ ਅਖਬਾਰ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਅੰਮ੍ਰਿਤਪਾਲ ਦਾ ਜਦ ਆਪਰੇਸ਼ਨ ਅੰਮ੍ਰਿਤਪਾਲ ਚਲਾਇਆ ਗਿਆ, ਉਸ ਦਿਨ ਕੁਝ ਪੁਲਿਸ ਵਾਲਿਆਂ ਨੇ ਹੀ ਅੰਮ੍ਰਿਤਪਾਲ ਦੇ ਲੋਕਾਂ ਨੂੰ ਇਹਦੀ ਇਨਫੋਰਮੇਸ਼ਨ ਦੇ ਦਿੱਤੀ ਸੀ, ਜਿਹਦੇ ਕਰਕੇ ਲਾਸਟ ਮਿੰਟ ਦੇ ਵਿੱਚ ਉਹਨੇ ਰੂਟ ਚੇਂਜ ਕੀਤਾ। ਸੁਖਚੈਨ ਸਿੰਘ ਅੰਮ੍ਰਿਤਪਾਲ ਦੇ ਚਾਚਾ, ਜਿਹੜੇ ਕਦੀ ਪੁਲਿਸ ਵਿੱਚ ਇੰਸਪੈਕਟਰ ਰਹਿ ਚੁੱਕੇ ਨੇ, ਉਹ ਪੁਲਿਸ ਦੀ ਕਾਰਗੁਜ਼ਾਰੀ ਨੂੰ ਚੰਗੇ ਤਰੀਕੇ ਨਾਲ ਜਾਣਦੇ ਨੇ ਕਿ ਪੁਲਿਸ ਕਿੱਦਾਂ ਕੰਮ ਕਰਦੀ ਹੈ। ਇਸ ਇਨਪੁਟ ਦਾ ਵੀ ਹਰਜੀਤ ਸਿੰਘ ਜਿਹੜਾ ਚਾਚਾ ਹੁਣ ਸਰੈਂਡਰ ਕਰ ਚੁੱਕਿਆ ਜਾਂ ਅਰੈਸਟ ਹੋ ਗਿਆ, ਜਿਹਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ, ਇਹ ਸਾਰੇ ਨੈਟਵਰਕ ਦੀ ਕੁਝ ਗੱਲਾਂ ਬਾਹਰ ਨਿਕਲ ਕੇ ਤੇ ਆ ਰਹੀ ਹੈ। ਪਰ ਅਸਲ ਵਿੱਚ ਅੰਮ੍ਰਿਤਪਾਲ ਕਿੱਥੇ ਹੈ, ਉਹਨੂੰ ਫੜਿਆ ਜਾਣਾ ਜਾਂ ਕਿੱਥੇ ਫੜਿਆ ਜਾ ਸਕਦਾ ਹੈ, ਇਹ ਸਵਾਲ ਹਜੇ ਵੱਡਾ ਸਵਾਲ ਬਣ ਕੇ ਅੱਗੇ ਤੁਰ ਰਿਹਾ ਹੈ। ਇੰਦਰਪ੍ਰੀਤ ਜੀ, ਇੱਥੇ ਇੱਕ ਗੱਲ ਪੁਖਤਗੀ ਨਾਲ ਅੱਗੇ ਵੱਧਦੀ ਆ ਕਿ ਸ਼ੁਰੂਆਤ ਵਿੱਚ ਜਿਹੜਾ ਨੈਰੇਟਿਵ ਵੱਡਾ ਹੋ ਗਿਆ ਸੀ ਕਿ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਵਿੱਚ ਆ ਔਰ ਉਹ ਨਿਕਲ ਕੇ ਜਾ ਹੀ ਨਹੀਂ ਸਕਦਾ। ਇਹਨਾਂ ਦਿਨਾਂ 'ਚ ਪੁਲਿਸ ਦੇ ਔਰ CCTV ਫੁਟੇਜ ਦੇ ਰਾਹੀਂ ਜਿਹੜੀਆਂ ਖਬਰਾਂ ਨਸ਼ਰ ਕੀਤੀਆਂ ਗਈਆਂ, ਜੋ ਵੀ ਬਾਹਰ ਕੱਢਿਆ ਗਿਆ, ਮਤਲਬ ਪੁਲਿਸ ਪਹਿਲੀ ਨਜ਼ਰ ਦੇ ਵਿੱਚ ਇਸ ਗੱਲ ਨੂੰ ਦਰਸਾਉਣ ਦੇ ਵਿੱਚ ਕਾਮਯਾਬ ਹੁੰਦੀ ਲੱਗ ਰਹੀ ਹੈ ਕਿ ਉਹ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਆ। ਕੱਲ ਸਿੰਘ ਸਾਹਿਬ ਵੱਲੋਂ ਵੀ ਇਹ ਕਿਹਾ ਜਾਣਾ ਕਿ ਜੇ ਉਹ ਸੱਚਾ ਸੁੱਚਾ ਸਿੱਖ ਆ ਤੇ ਬਾਹਰ ਹੈ ਪੁਲਿਸ ਦੀ ਗ੍ਰਿਫਤ ਤੋਂ, ਤੇ ਉਹਨੂੰ ਪੇਸ਼ ਹੋਣਾ ਚਾਹੀਦਾ ਤੇ ਪੱਖ ਰੱਖਣਾ ਚਾਹੀਦਾ। ਇੱਕ ਤਾਂ ਗੱਲ ਇਹ ਹੈ। ਦੂਜੀ ਗੱਲ ਕਿ ਕੀ ਹੁਣ ਸਟੇਟ ਇਹ ਤੋਂ ਪੈਰ ਪਿਛਾਂ ਖਿੱਚਣ ਲੱਗ ਪਈ ਆ, ਪੁਲਿਸ ਵੀ ਇਹ ਸਮਝਣ ਲੱਗ ਗਈ ਹੈ। ਮਤਲਬ ਵੈਸੇ ਤਾਂ ਇਹ ਪੋਲਿਟਿਕਸ ਹੀ ਹੁੰਦੀ ਆ, ਪੁਲਿਸ ਦਾ ਤਾਂ ਕੋਈ ਬਹੁਤਾ ਲੈਣਾ ਦੇਣਾ ਹੁੰਦਾ ਨਹੀਂ। ਸਿਆਸਤ ਹੀ ਫੈਸਲਾ ਕੁੰਨ ਹੁੰਦੀ ਹੈ ਕਿ ਕਿਹੜੀ ਚੀਜ਼ ਸਾਨੂੰ ਕਿੰਨੀ ਵਧਾ ਚੜਾ ਕੇ ਪੇਸ਼ ਕੀਤਿਆਂ ਫਾਇਦਾ ਹੁੰਦਾ, ਕਿਤੇ ਮਿੱਟੀ ਪਾਇਆ ਫਾਇਦਾ ਹੁੰਦਾ। ਤੇ ਦੂਜੀ ਇਹੀ ਗੱਲ ਕਿ ਹੁਣ ਇਹਨੂੰ ਮਗਰਲੇ ਸਫ਼ਿਆਂ ਵੱਲ ਧੱਕਿਆ ਜਾ ਰਿਹਾ ਇਸ ਖਬਰ ਨੂੰ।
ਤੇ ਇਹ ਗੱਲ ਜ਼ਰੂਰ ਅੱਗੇ ਵਧਾ ਦਿਓ। ਸਟੇਟ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਕਿ ਸਾਡੀ ਗ੍ਰਿਫਤ ਵਿੱਚ ਉਹ ਨਹੀਂ ਹੈ, ਪਰ ਫੇਲੀਅਰ ਦੀ ਜ਼ਿੰਮੇਵਾਰੀ ਕਿਹਦੀ ਹੈ ਕਿ ਜੇ ਉਹ ਨਹੀਂ ਹੈ ਤਾਂ ਤੁਸੀਂ ਆਪਰੇਸ਼ਨ ਕੀਤਾ, ਤੁਹਾਡਾ ਆਪਰੇਸ਼ਨ ਅਸਫਲ ਹੋਇਆ, ਅਜਨਾਲੇ ਦੇ ਵਿੱਚ ਵੀ ਅਸਫਲ ਹੋਏ, ਇਹ ਚੀਜ਼ਾਂ ਵੀ ਤਾਂ ਨਾਲ ਨਾਲ ਤੁਰਦੀਆਂ। ਰੰਧਾਵਾ ਸਾਹਿਬ, ਕੱਲ ਦੋ ਅਹਿਮ ਘਟਨਾਵਾਂ ਇਹ ਦੇਖਣ ਨੂੰ ਮਿਲੀਆਂ ਨੇ। ਇੱਕ ਤਾਂ ਇਹ ਕਿ ਜਿਹੜਾ ਤੁਸੀਂ ਦੇਖੋਗੇ 5 ਵਜੇ ਤੋਂ ਬਾਅਦ ਟੀਵੀ ਚੈਨਲਾਂ ਉੱਤੇ ਅਚਾਨਕ ਮਤਲਬ ਅੰਮ੍ਰਿਤਪਾਲ ਵਾਲਾ ਜਿਹੜਾ ਐਪੀਸੋਡ ਹੈ ਉਹ ਬਹੁਤ ਹੀ ਘਟ ਗਿਆ, ਬਹੁਤ ਹੀ ਲਿਮਟਿਡ ਹੋ ਗਿਆ। ਇਸੇ ਤਰ੍ਹਾਂ ਹੀ ਅਖਬਾਰਾਂ ਦੇ ਵਿੱਚ ਵੀ ਮੈਂ ਅੱਜ ਕੋਈ ਬਹੁਤਾ ਕਿਸੇ ਨੂੰ ਦਿਖ ਨਹੀਂ, ਜਾਂ ਤਾਂ ਉਹਦੇ ਦੋ ਹੀ ਕਾਰਨ ਹੋ ਸਕਦੇ ਆ ਵੀ ਅੰਮ੍ਰਿਤਪਾਲ ਦੇ ਐਪੀਸੋਡ 'ਚ ਮੀਡੀਆ ਕੋਲੇ ਹੁਣ ਦੱਸਣ ਨੂੰ ਕੁਝ ਰਿਹਾ ਹੀ ਨਹੀਂ ਹੈ, ਕਿਉਂਕਿ ਬਾਰ-ਬਾਰ ਕਦੀ ਅਸੀਂ ਕਹਿ ਦਿੰਦੇ ਹਾਂ ਵੀ ਉਹ ਦਿੱਲੀ ਹੈ, ਕਦੀ ਕਹਿ ਦਿੰਦੇ ਹਾਂ ਪਟਿਆਲੇ ਹੈ। ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੋਂ ਐਂ ਲੱਗ ਰਿਹਾ ਕਿ ਪਾਠਕ ਜਾਂ ਜਿਹੜਾ ਸਰੋਤਾ ਹੈਗਾ ਟੀਵੀ ਦਾ ਉਹ ਬੋਰ ਹੋ ਗਿਆ ਤੇ ਉਹਨਾਂ ਨੇ ਟੀਵੀ ਚੈਨਲਾਂ ਨੂੰ ਬੰਦ ਕਰਨਾ ਸ਼ੁਰੂ ਕਰਤਾ ਹੈ। ਇਹ ਹੋ ਸਕਦਾ ਕਿ ਜਿਹੜਾ ਲੱਗ ਰਿਹਾ ਕਿ ਉਹ ਇਹ ਵੀ ਲੱਗ ਰਿਹਾ ਹੈ ਕਿ ਪੋਲੀਟੀਕਲ ਪਾਰਟੀਆਂ ਵੀ ਇਹ ਮਹਿਸੂਸ ਕਰਨ ਲੱਗ ਗਈਆਂ ਨੇ ਵੀ ਸ਼ਾਇਦ ਜਿਹੜੀ ਸੱਤਾਰੂੜ ਪਾਰਟੀਆਂ ਨੇ ਸਾਨੂੰ ਇਹਦਾ ਨੁਕਸਾਨ ਹੋ ਰਿਹਾ ਹੈ। ਜਿਹੜਾ ਅਸੀਂ ਬਹੁਤ ਵਧਾ ਚੜਾ ਕੇ ਗੱਲਾਂ ਦੀਆਂ ਦੱਸੀ ਜਾ ਰਹੇ ਹਾਂ ਉਹ ਨਿਕਲ ਕੁਝ ਰਿਹਾ ਨਹੀਂ, ਉਸ ਤੋਂ ਸਾਨੂੰ ਸ਼ਾਇਦ ਨੁਕਸਾਨ ਹੋ ਰਿਹਾ ਹੈ, ਕਿਉਂਕਿ ਜਲੰਧਰ ਵਾਲੀ ਇਲੈਕਸ਼ਨ ਵੀ ਪੋਲੀਟੀਕਲ ਪਾਰਟੀਆਂ ਨੂੰ ਦਿਖ ਰਹੀ ਹੈ ਸਾਹਮਣੇ। ਤੇ ਜਿਹੜਾ ਕੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਹੋਣੀ ਸਾਰੀ ਉਹ ਲੈ ਕੇ ਡੇਰਾ ਬੱਲਾਂ ਵਿੱਚ ਪਹੁੰਚੇ ਹੈ ਤੇ ਉੱਥੇ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ ਹੈਗਾ, ਤਾਂ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਨਜ਼ਰ ਪੋਲੀਟੀਕਲ ਪਾਰਟੀਆਂ ਦੀ ਉੱਥੇ ਵੀ ਹੈਗੀ ਹੈ। ਉਹ ਵੀ ਆਕਲਨ ਜਾਂ ਕਰਨ ਲੱਗ ਗਏ ਹੈ ਵੀ ਕੀ ਇਹਦਾ ਸਾਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ। ਤਾਂ ਉਸ ਚੋਂ ਮੈਂ ਦੇਖ ਰਿਹਾ ਕਿ ਮੈਨੂੰ ਲੱਗਦਾ ਕਿ ਇਹਦਾ ਸ਼ਾਇਦ ਉਹਨਾਂ ਨੂੰ ਆਭਾਸ ਹੋਣ ਲੱਗ ਗਿਆ ਕਿ ਇਹਦਾ ਨੁਕਸਾਨ ਹੋ ਰਿਹਾ, ਇਸ ਕਰਕੇ ਥੋੜਾ ਥੋੜਾ ਉਹ ਘਟਾਉਣਾ ਸ਼ੁਰੂ ਕਰ ਦੇ ਰਹੇ ਆ। ਤੇ ਦੂਜੀ ਗੱਲ ਜਿਹੜੀ ਇਹ ਅਸੀਂ ਕਹਿ ਰਹੇ ਹਾਂ ਕਿ ਨੈਰੇਟਿਵ ਜਿਹੜਾ ਤੁਸੀਂ ਕਿਹਾ ਵੀ ਇਹ ਡਾਈਵਰਟ ਹੋ ਰਿਹਾ, ਬਿਲਕੁਲ ਠੀਕ ਗੱਲ ਹੈ ਤੁਹਾਡੀ। ਦੇਖੋ 9 ਦਿਨ ਹੋ ਗਏ ਆ, ਸਰਕਾਰ ਇਸ ਗੱਲ ਨੂੰ ਰੱਖਣ 'ਚ ਤਾਂ ਕਾਮਯਾਬ ਹੋ ਗਈ ਹੈ ਕਿ ਅੰਮ੍ਰਿਤਪਾਲ ਪੁਲਿਸ ਕੋਲੇ ਨਹੀਂ ਹੈ, ਉਹ ਭੱਜਿਆ ਹੋਇਆ। ਤਾਂ ਉਹ ਭੱਜਿਆ ਹੋਇਆ ਤਾਂ ਭੱਜ ਕਿਵੇਂ ਗਿਆ ਜਦੋਂ ਕਿ 80,000 ਦੀ ਨਫਰੀ ਔਰ ਫੁੱਲ ਪ੍ਰੂਫ ਮਤਲਬ ਪਲਾਨ ਬਣਿਆ ਹੋਵੇ, ਤਾਂ 8 ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਵੇ, ਤਾਂ ਫਿਰ ਬੰਦਾ ਜੇ ਭੱਜ ਗਿਆ ਤਾਂ ਇਹਦੀ ਅਸਫਲਤਾ ਦਾ ਸ਼੍ਰੇਅ ਵੀ ਮੈਨੂੰ ਲੱਗਦਾ ਇਹ ਲੈਣਾ ਪਊਗਾ। ਇਹ ਤੁਸੀਂ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਜੀ ਅਸੀਂ ਬਹੁਤ ਚਲਾਤਾ ਉਹਦੇ ਖਿਲਾਫ ਆਪਰੇਸ਼ਨ, ਇਹ ਕਰਤਾ ਉਹ ਕਰਤਾ। ਜੇ ਬੰਦਾ ਐਂਡ ਰਿਜ਼ਲਟ ਜੇ ਜ਼ੀਰੋ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਇਹਦੀ ਵਿਫਲਤਾ ਜਿਹੜੀ ਹੈਗੀ ਹੈ ਉਹਦਾ ਸਿਰਾ ਵੀ ਡੀਜੀਪੀ ਸਾਹਿਬ ਨੂੰ ਲੈਣਾ ਹੀ ਚਾਹੀਦਾ। ਜੀ ਬਿਲਕੁਲ ਠੀਕ ਹੈ, ਲੈਣਾ ਚਾਹੀਦਾ। ਭਾਸਕਰ ਸਾਹਿਬ, ਹਾਂਜੀ। ਸੁਖਚੈਨ ਸਿੰਘ ਗਿੱਲ ਪਿਛਲੇ ਦਿਨਾਂ ਦੇ ਵਿੱਚ ਜਦ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਪੱਤਰਕਾਰਾਂ ਨੇ ਇਹੀ ਸਵਾਲ, ਜਿਹੜਾ ਸਵਾਲ ਹੁਣ ਸਭ ਤੋਂ ਵੱਡਾ ਬਣ ਕੇ ਖੜਾ ਹੋਇਆ ਹੈ ਕਿ ਅੰਮ੍ਰਿਤਪਾਲ ਕਿੱਥੇ ਹੈ, ਕਿਉਂ ਨਹੀਂ ਫੜਿਆ ਗਿਆ, ਕਿਉਂ ਹਰਿਆਣਾ ਚਲਾ ਗਿਆ, ਕਿਸ ਤਰੀਕੇ ਨਾਲ ਹਰਿਆਣਾ ਚਲਾ ਗਿਆ ਜਦ ਕਿ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਜਾਂ ਹੋਰ ਬਾਰਡਰਾਂ ਨੂੰ ਸੀਲ ਕੀਤਾ ਹੋਇਆ ਸੀ। ਉਹਦਾ ਜਵਾਬ ਸੁਖਚੈਨ ਸਿੰਘ ਗਿੱਲ ਕਿਸ ਤਰੀਕੇ ਨਾਲ ਦਿੰਦੇ, ਕਹਿੰਦੇ ਜੀ ਅੰਮ੍ਰਿਤਪਾਲ ਨੇ ਕਿਉਂਕਿ ਕੱਪੜੇ ਚੇਂਜ ਕੀਤੇ ਹੋਏ ਸੀਗੇ ਇਸ ਕਰਕੇ ਉਹ ਪਛਾਣਿਆ ਨਹੀਂ ਗਿਆ। ਮੈਨੂੰ ਇਹ ਲੱਗਦਾ ਹੈ ਕਿ ਜਾਂ ਤੇ ਇਹ ਇਨਐਡਵਰਟੈਂਟਲੀ ਇਹ ਬਿਆਨ ਦਿੱਤਾ ਗਿਆ ਉਹਨਾਂ ਨੂੰ। ਹੁਣ ਕੋਈ ਵਿਅਕਤੀ ਕੱਪੜੇ ਚੇਂਜ ਕਰ ਲੇ ਔਰ ਪੁਲਿਸ ਇਹ ਕਾਰਨ ਦੱਸੇ ਕਿ ਉਹਨੇ ਕੱਪੜੇ ਚੇਂਜ ਕੀਤੇ ਹੋਏ ਸੀ ਇਸ ਕਰਕੇ ਉਹ ਫੜਿਆ ਨਹੀਂ ਗਿਆ। ਹਰਿਆਣਾ ਦੇ ਉਸ ਗ੍ਰਹਿ ਮੰਤਰੀ ਅਨਿਲ ਵਿਜ ਉਹਨਾਂ ਦਾ ਉਹ ਬਿਆਨ 1.5 ਦਿਨ ਲਾਤਾ ਇਹਨਾਂ ਨੇ ਉਹ ਸ਼ਾਹਕੋਟ ਪਹੁੰਚਣ ਦੇ ਵਿੱਚ, ਸ਼ਾਹਬਾਦ ਪਹੁੰਚਣ ਦੇ ਵਿੱਚ। 1.5 ਦਿਨ ਦੇ ਵਿੱਚ ਉਹਨਾਂ ਨੂੰ ਦੱਸਤਾ ਵੀ ਅੰਮ੍ਰਿਤਪਾਲ ਆਇਆ, ਆ ਜਾਓ। ਸ਼ੰਭੂ ਬਾਰਡਰ ਤੋਂ ਅਗਲੇ ਕ੍ਰਾਸ ਨਹੀਂ ਕੀਤੇ 1.5 ਦਿਨ ਦੇ ਵਿੱਚ। ਔਰ ਮਲਵਿੰਦਰ ਕੰਗ ਉਹਨਾਂ ਵੀ ਇਸ ਮੁੱਦੇ ਦੇ ਉੱਤੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਨਿਲ ਵਿਜ ਉਹਨਾਂ ਨੂੰ ਸੈਂਸਿਟੀਵਿਟੀ ਮੈਟਰ ਦੀ ਸਮਝਣੀ ਚਾਹੀਦੀ ਹੈ। ਉਹ ਇਸ ਗੱਲ ਦਾ ਤੇ ਰੀਜ਼ਨ ਨਹੀਂ ਦੱਸਦੇ ਕਿ ਕਿਉਂ ਪੰਜਾਬ ਪੁਲਿਸ ਨੇ 1.5 ਦਿਨ ਲਾਤਾ, ਜਾਂ ਫਿਰ ਇਹ ਗੱਲ ਵੀ ਨਹੀਂ ਕਲੇਮ ਕਰਦੇ ਕਿ ਅਨਿਲ ਵਿਜ ਉਹਨਾਂ ਝੂਠ ਬੋਲ ਰਹੇ ਨੇ, ਅਸੀਂ ਤੇ ਅੱਧੇ ਘੰਟੇ 'ਚ ਪਹੁੰਚ ਗਏ ਸੀਗੇ। ਉਹ ਕਹਿੰਦੇ ਨਹੀਂ, ਅਨਿਲ ਵਿਜ ਜੀ ਨੂੰ ਸੈਂਸਿਟੀਵਿਟੀ ਨੂੰ ਸਮਝਣਾ ਚਾਹੀਦਾ। ਇਹ ਸਾਰੀ ਗੱਲਾਂ ਅੱਗੇ ਚੱਲ ਕੇ ਪੰਜਾਬ ਸਰਕਾਰ ਦੇ ਸਾਹਮਣੇ, ਪੰਜਾਬ ਪੁਲਿਸ ਦੇ ਸਾਹਮਣੇ ਵੱਡੇ ਸਵਾਲਾਂ ਦੇ ਰਾਹੀਂ ਖੜੀ ਹੋ ਸਕਦੀ ਹੈ। ਹਜੇ ਤੇ ਹੋਰ ਸਵਾਲ ਵੀ ਨਹੀਂ ਨਿਪਟਿਆ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿੱਥੇ ਹੋਇਆ ਸੀ। ਉਹਦੇ ਵਿੱਚ ਵੀ ਕੋਰਟ ਦੇ ਵਿੱਚ ਸਰਕਾਰ ਨੇ ਇਹੀ ਜਵਾਬ ਦਿੱਤਾ ਕਿ ਅਸੀਂ ਏਡੀਜੀਪੀ ਜੇਲ੍ਹ ਦੀ ਇੱਕ ਕਮੇਟੀ ਬਣਾਤੀ। ਉਸ ਕਮੇਟੀ ਦੀ ਕੋਈ ਟਾਈਮ ਬਾਉਂਡ ਰਿਪੋਰਟ ਹੋਏਗੀ ਜਾਂ ਕੋਈ 4-5 ਸਾਲ ਬਾਅਦ ਕੋਈ ਰਿਪੋਰਟ ਆਏਗੀ। ਇਹਦਾ ਵੀ ਜ਼ਿਕਰ ਕੋਰਟ ਦੇ ਵਿੱਚ ਸਰਕਾਰ ਨੇ ਨਹੀਂ ਕੀਤਾ। ਹੁਣ ਤੱਕ ਤੇ ਪਤਾ ਲੱਗ ਜਾਣਾ ਚਾਹੀਦਾ ਸੀ ਕਿੱਥੇ ਹੋਇਆ ਇੰਟਰਵਿਊ। ਇੰਦਰਪ੍ਰੀਤ ਜੀ, ਰਾਹੁਲ ਗਾਂਧੀ ਕੱਲ ਕਹਿੰਦੇ ਮੈਂ ਗਾਂਧੀ ਆ, ਮੇਰੇ ਤੋਂ ਮਾਫੀ ਦੀ ਤਵੱਕੋ ਨਾ ਕਰੋ। ਮੈਨੂੰ ਭਾਵੇਂ ਤੁਸੀਂ ਜੇਲ੍ਹ ਵੀ ਭੇਜ ਦਿਓ, ਮੈਂ ਲੋਕਾਂ ਲਈ ਲੜਦੇ ਹੀ ਰਹਿਣਾ। ਇਹ ਤੇ ਗੱਲ ਹੀ ਕੱਖ ਨਹੀਂ ਕੀ। ਰਾਹੁਲ ਗਾਂਧੀ ਦੇ ਦਰਦ ਨੂੰ ਜ਼ਬਾਨ ਦਿਓ ਜ਼ਰਾ। ਇਹ ਉਹਨੂੰ ਹੀਰੋ ਬਣਾ ਰਿਹਾ, ਬਣ ਜਾਊ ਬੰਦਾ ਹੀਰੋ। ਉਹ ਬਣਨਾ ਨਹੀਂ ਚਾਹੁੰਦਾ। ਆਪਾਂ ਕਿਹੜੀ ਫਿਲਮ ਚਲਾ ਰਹੇ ਆ, ਇਹ ਤਾਂ ਸਿਆਸਤ ਹੁੰਦੀ। ਨਾਲ ਕੀ ਕਹਿੰਦੇ?
ਬਿਲਕੁਲ ਮੈਂ ਕੱਲ ਵੀ ਇਸ ਗੱਲ ਤੇ ਜ਼ਿਕਰ ਕੀਤਾ ਸੀਗਾ ਕਿ ਭਾਜਪਾ ਦਾ ਇਹ ਪਲਾਨ ਵੀ ਹੋ ਸਕਦਾ। ਮੈਨੂੰ ਇੰਨਾ ਸੌਖਾ ਨਹੀਂ ਲੱਗਦਾ ਕਿ ਇਹ ਏਦਾਂ ਇੱਕਦਮ ਅਚਾਨਕ ਬਿਰਲਾ ਜਿਹੜੇ ਹੈਗੇ ਆ ਉਹਨਾਂ ਨੂੰ ਆਇਆ ਹਜੇ, ਜਦਕਿ ਕੋਰਟ ਨੇ ਉਹ ਸਜ਼ਾ ਹੀ ਸਸਪੈਂਡ ਕੀਤੀ ਹੋਈ ਹੈ। ਤੇ ਕਿਸ ਗੱਲ ਦੀ ਸਜ਼ਾ ਦਿੱਤੀ ਗਈ? ਜਦੋਂ ਸਜ਼ਾ ਤਾਂ ਸਸਪੈਂਡ ਹੈ 1 ਮਹੀਨੇ ਵਾਸਤੇ, ਤਾਂ ਫਿਰ ਉਹਨੂੰ ਕਿਉਂ ਲਿੱਤਾ ਗਿਆ? ਇਹ ਸਵਾਲ ਤਾਂ ਹੈਗੇ ਹੀ ਨੇ, ਇਹ ਪੋਲੀਟੀਕਲ ਸਵਾਲ ਨੇ। ਔਰ ਦੂਜੀ ਗੱਲ ਇਹ ਕਿ ਜਿਹੜਾ ਮਤਲਬ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਮੈਂ ਮਾਫੀ ਨਹੀਂ ਮੰਗਣੀ। ਦੇਖੋ, ਮਾਫੀ ਉਹ ਇਸ ਗੱਲ ਦੀ ਨਹੀਂ ਕਹਿ ਰਹੇ ਕਿ ਤੂੰ ਮਾਫੀ ਇਸ ਗੱਲ ਦੀ ਮੰਗ ਕਿ ਤੂੰ ਮੋਦੀ ਨੂੰ ਚੋਰ ਕਿਹਾ ਜਾਂ ਕੁਝ ਹੋਰ ਕਿਹਾ। ਉਹ ਇਹ ਕਹਿ ਰਿਹਾ ਕਿ ਤੂੰ ਕਮਿਊਨਿਟੀ ਨੇ ਚੋਰ ਕਿਹਾ, ਉਸ ਗੱਲ ਤੇ ਮਾਫੀ ਮੰਗੀ। ਤਾਂ ਉਹ ਮੈਨੂੰ ਲੱਗਦਾ ਕਿ ਉਸ ਤੇ ਮਾਫੀ ਮੰਗਣੀ ਵੀ ਬਣਦੀ ਸੀ, ਕਿਉਂਕਿ ਤੁਸੀਂ 3 ਜਾਂ 4 ਬੰਦਿਆਂ ਨੂੰ ਜੇ ਅਗਰ ਉਸ ਚ ਸਹਿਯੋਗ ਨਾਲ ਉਹ ਹੈਗੇ ਨੇ, ਮਤਲਬ ਜਿਨ੍ਹਾਂ ਤੇ ਤੁਹਾਨੂੰ ਲੱਗਦਾ ਵੀ ਉਹ ਯਾਰ ਕਰਪਟ ਨੇ ਜਾਂ ਚੋਰ ਨੇ ਜਾਂ ਜੋ ਵੀ ਨੇ, ਤਾਂ ਉਹਦੇ ਲਈ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਕਹੋ ਤਾਂ ਇਹ ਮੈਨੂੰ ਲੱਗਦਾ ਵਾਜਿਬ ਨਹੀਂ। ਕਿਤੇ ਵੀ ਕੋਈ ਵੀ ਇਹਨੂੰ ਸ਼ਾਇਦ ਵਾਜਿਬ ਨਹੀਂ ਕਹੇਗਾ। ਤੇ ਅਗਰ ਉਹ ਇੰਨਾ ਵੀ ਕਹਿ ਦਿੰਦੇ ਵੀ ਜੀ ਮੇਰਾ ਕਮਿਊਨਿਟੀ ਨਾਲ ਕੋਈ ਉਹ ਨਹੀਂ ਹੈ, ਮੈਂ ਕਮਿਊਨਿਟੀ ਤੋਂ ਤਾਂ ਮਾਫੀ ਮੰਗ ਸਕਦਾ, ਪਰ ਇਹ 3-4 ਬੰਦਿਆਂ ਤੋਂ ਨਹੀਂ, ਤਾਂ ਫਿਰ ਸ਼ਾਇਦ ਗੱਲ ਕਿਤੇ ਹੋਰ ਚਲੀ ਜਾਂਦੀ। ਪਰ ਉਹਨਾਂ ਨੇ ਇਹ ਨਹੀਂ ਕਿਹਾ। ਤੇ ਦੂਜੀ ਜਿਹੜੀ ਤੀਜੀ ਗੱਲ ਜਿਹੜੀ ਇਹ ਹੈਗੀ ਹੈ ਕਿ ਇਹ ਠੀਕ ਹੈ, ਕਾਂਗਰਸ ਜਿਹੜੀ ਹੈਗੀ ਹੈ ਉਹ ਰਾਹੁਲ ਗਾਂਧੀ ਨੂੰ ਹੀਰੋ ਬਣਾਉਣ ਦੇ ਉੱਤੇ ਲੱਗੀ ਹੋਈ ਹੈ। ਔਰ ਇਸ ਗੱਲ ਦਾ ਵੀ ਇਸ ਤੋਂ ਅੰਦਾਜ਼ਾ ਜ਼ਿਆਦਾ ਮਿਲ ਰਿਹਾ ਹੈ ਕਿ ਅੱਜ ਪੂਰੇ ਕੰਟਰੀ ਦੇ ਵਿੱਚ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸੱਤਿਆਗ੍ਰਹਿ ਚੱਲੇਗਾ। ਲੋਕਾਂ ਨੇ ਮਹਾਤਮਾ ਗਾਂਧੀ ਦੀਆਂ ਫੋਟੋਆਂ ਥੱਲੇ ਜਾਂ ਮੂਰਤੀਆਂ ਥੱਲੇ ਬੈਠ ਕੇ ਸੱਤਿਆਗ੍ਰਹਿ ਕਰਨਾ ਹੈ। ਸੋ ਇਹ ਪੂਰਾ ਰਿਵਾਈਵ ਤਾਂ ਕੀਤਾ ਹੀ ਜਾਏਗਾ। ਜਿੱਥੇ ਜਿੱਥੇ ਵੀ ਕਾਂਗਰਸ ਬਿਖਰੀ ਹੋਈ ਹੈ ਉਹਨੂੰ ਸੰਗਠਿਤ ਕਰਨ ਦਾ ਇੱਕ ਮੌਕਾ ਤਾਂ ਮਿਲੇਗਾ ਹੀ। ਕਿਉਂਕਿ ਵੈਸੇ ਮੈਨੂੰ ਲੱਗਿਆ ਜਿਵੇਂ ਕੱਲ ਮੀਟਿੰਗ ਸੀ ਪੰਜਾਬ ਨੂੰ, ਅਗਰ ਅਸੀਂ ਉਦਾਹਰਨ ਬਣਾਈ, ਪੰਜਾਬ ਦੇ ਵਿੱਚ ਕੱਲ ਜਿਹੜੀ ਇੱਕ ਮੀਟਿੰਗ ਸੀ ਉਹਦੇ ਵਿੱਚ ਸਾਰੇ ਹੀ ਐਮਐਲਏਜ਼ ਬੁਲਾਏ ਗਏ ਸੀ, ਪਰ ਮੈਨੂੰ ਦੱਸਿਆ ਗਿਆ ਕਿ ਸਿਰਫ 8 ਜਾਂ 9 ਐਮਐਲਏ ਹੀ ਆਏ, ਬਾਕੀ 10 ਕਿੱਧਰ ਚਲੇ ਗਏ ਇਹ ਅਜੇ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਕਈ ਸਵਾਲ ਨੇ ਵੀ ਕਿੰਨੀ ਗਰੁੱਪਾਂ 'ਚ ਤਾਂ ਕਾਂਗਰਸ ਆਲਰੇਡੀ ਬਿਖਰੀ ਹੋਈ ਹੈ। ਕਿਹੜੇ ਇਹੋ ਜਿਹੇ ਤਰੀਕੇਕਾਰ ਅਪਣਾਏ ਜਾਣ ਜਿਹਦੇ ਨਾਲ ਕਾਂਗਰਸ ਇਕੱਠੀ ਹੋ ਜੇ ਤੇ ਇੱਕ ਵੱਡੀ ਧਿਰ ਬਣ ਕੇ ਬੀਜੇਪੀ ਲੈਡ ਜਿਹੜੀ ਗਵਰਨਮੈਂਟ ਹੈਗੀ ਹੈ ਉਹਨੂੰ ਇੱਕ ਚੁਣੌਤੀ ਦੇ ਸਕੇ। ਇਹ ਸਵਾਲ ਖੜੇ ਨੇ ਹਜੇ ਵੀ। ਹਜੇ ਜੋ ਇਹਦਾ ਮਤਲਬ ਹਜੇ ਕੋਈ ਇਹਦਾ ਨਿਸਤਾਰਨ ਨਹੀਂ ਹੋਇਆ। ਹਿੰਦੀ 'ਚ ਇੱਕ ਸ਼ਬਦ ਹੈਗਾ ਨਿਸਤਾਰਨ ਨਹੀਂ ਹੋਇਆ ਇਹਦੇ ਕਿ ਕਿਵੇਂ ਹੋਊਗਾ, ਕਿਵੇਂ ਕਿ ਕਾਂਗਰਸ ਉਹਨਾਂ ਸਾਰੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਆਪਣੇ ਥੱਲੇ ਝੰਡੇ ਥੱਲੇ ਲੈਣ 'ਚ ਕਾਮਯਾਬ ਹੋ ਜਾਏਗੀ ਜਿਹੜੀਆਂ ਬੜੀਆਂ ਮਜ਼ਬੂਤ ਨੇ। ਅਗਰ ਇਸ ਤਰ੍ਹਾਂ ਦਾ ਹੋਇਆ ਫਿਰ ਮੈਨੂੰ ਲੱਗਦਾ ਕਿ ਇੱਕ ਧਿਰ ਜ਼ਰੂਰ ਉੱਭਰ ਕੇ ਆ ਜਾਏਗੀ। 24 ਹਜੇ ਥੋੜੀ ਦੂਰ ਹੈ। ਇਹ ਹੋਰ ਤੇ ਕੱਖ ਹੋਣਾ ਨਹੀਂ ਹੋਣਾ। ਅੱਜ ਕਾਂਗਰਸੀਆਂ ਦਾ ਐਤਵਾਰ ਖਰਾਬ ਕਰਨਗੇ। ਭਾਸਕਰ ਸਾਹਿਬ ਸੰਖੇਪ ਚ ਹੀ। ਬਿਲਕੁਲ ਸੰਖੇਪ ਵਿੱਚ ਤੁਸੀਂ ਇਹ ਦੇਖੋ ਕਿ ਜਦੋਂ ਤੋਂ ਰਾਹੁਲ ਡਿਸਕੁਆਲੀਫਾਈ ਹੋਇਆ ਹੈ ਉਸ ਤੋਂ ਬਾਅਦ ਕੱਲ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਇਹ ਕੋਈ ਬਲੈਸਿੰਗ ਇਨ ਡਿਸਗਾਈਜ਼ ਤੇ ਨਹੀਂ ਹੋ ਜਾਏਗਾ ਕਾਂਗਰਸ ਵਾਸਤੇ ਕਿ ਮੋਦੀ ਉਹਨਾਂ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਵੱਡਾ ਕਰ ਰਹੇ ਹੈ ਕਿ ਛੋਟਾ ਕਰ ਰਹੇ ਹੈ। ਇਸ ਨੂੰ ਇੱਕ ਆਪਦਾ ਨੂੰ ਅਫਸਰ ਦੇ ਰੂਪ ਵਿੱਚ ਦੇਖਣਾ ਕਾਂਗਰਸ ਨੂੰ ਚਾਹੀਦਾ ਸੀ ਔਰ ਉਹਨਾਂ ਨੇ ਦੇਖਿਆ ਵੀ। ਕੱਲ ਇੱਕ ਮੀਟਿੰਗ ਹੋਈ, ਸੋਨੀਆ ਗਾਂਧੀ ਔਰ ਖੜਗੇ ਸਾਹਿਬ ਨਾਲ ਬੈਠੇ ਸੀਗੇ, ਬਾਕੀ ਕਾਂਗਰਸੀ ਸਿਰ ਜੋੜ ਕੇ ਬੈਠੇ ਸੀਗੇ। ਉਹਦੇ ਵਿੱਚ ਉਸ ਰਣਨੀਤੀ ਦੇ ਵਿੱਚ ਰਣਨੀਤੀ ਦੇ ਤੌਰ ਤੇ ਹੀ ਰਾਹੁਲ ਗਾਂਧੀ ਨਹੀਂ ਬੈਠੇ ਸੀਗੇ ਕਿਉਂਕਿ ਆਪ ਆਪਣਾ ਰੋਣਾ ਰੋਂਦਾ ਹੋਇਆ ਬੰਦਾ ਚੰਗਾ ਨਹੀਂ ਲੱਗਦਾ। ਰਾਹੁਲ ਗਾਂਧੀ ਉਹਨਾਂ ਨੇ ਆਪਟ ਕੀਤਾ ਇੱਕ ਪ੍ਰੈਸ ਕਾਨਫਰੰਸ ਕਰਨਾ। ਡਿਸਕੁਆਲੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਸੀ। ਉਹਨਾਂ ਨੇ 4 ਗੱਲਾਂ ਬੜੀ ਇੰਪੋਰਟੈਂਟ ਕੀਤੀ ਉਹਦੇ ਵਿੱਚ। ਉਹ ਕਹਿੰਦੇ ਨੇ ਆ ਜਿਹੜਾ ਮੇਰਾ ਡਿਸਕੁਆਲੀਫਿਕੇਸ਼ਨ ਹੈ ਨਾ, ਇਹ ਆਪਣੇ ਆਪ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਉਹਨਾਂ ਨੇ ਪੈਨਿਕ ਬਟਨ ਦਬਤਾ ਹੈ। ਯਾਨੀ ਉਹਨਾਂ ਦਾ ਇੱਕ ਪੈਨਿਕ ਰਿਐਕਸ਼ਨ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੀ ਮੇਰੀ ਅਡਾਨੀ ਦੇ ਉੱਤੇ ਸਪੀਚ ਸੀਗੀ, ਜਿਸ ਸਪੀਚ ਨੂੰ ਐਕਸਪੰਜ ਕਰ ਦਿੱਤਾ ਗਿਆ, ਉਹ ਡਰ ਸੀਗਾ ਕਿ ਮੈਂ ਕਿਤੇ ਪਾਰਲੀਮੈਂਟ ਵਿੱਚ ਦੁਬਾਰਾ ਜਾ ਕੇ ਕੋਈ ਅਗਲੀ ਸਪੀਚ ਨਾ ਦੇ ਦਾਂ। ਕਹਿੰਦੇ ਉਹ ਜਿਹੜੀ ਸਪੀਚ ਮੈਂ ਹੁਣ ਪਾਰਲੀਮੈਂਟ ਵਿੱਚ ਦੇਣੀ ਸੀ ਹੁਣ ਮੈਨੂੰ ਸੜਕਾਂ ਤੇ ਦੇਣੀ ਪੈਣੀ ਹੈ, ਪਰ ਸਵਾਲ ਮੈਂ ਕੰਟੀਨਿਊਸਲੀ ਪੁੱਛਦਾ ਰਹੂੰਗਾ ਕਿ ਅਡਾਨੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਜਪਾ ਦਾ ਰਿਸ਼ਤਾ ਕੀ ਹੈ। ਉਸ ਤੋਂ ਇਲਾਵਾ ਉਹਨਾਂ ਨੇ ਇਸ ਡਿਸਕੁਆਲੀਫਿਕੇਸ਼ਨ ਨੂੰ ਪਹਿਲੀ ਵਾਰ ਕਿਹਾ ਵੀ ਇਹ ਮੈਨੂੰ ਤੇ ਬੜਾ ਵਧੀਆ ਉਪਹਾਰ, ਬੜਾ ਵਧੀਆ ਬੈਸਟ ਗਿਫਟ ਹੈਗਾ ਮੇਰੇ ਵਾਸਤੇ, ਔਰ ਹੈ ਵੀ ਹੈ ਬੈਸਟ ਗਿਫਟ। ਔਰ ਨਾਲ ਹੀ ਉਹਨਾਂ ਨੇ ਕਿਹਾ ਮੇਰੇ ਵਾਸਤੇ ਇਹ ਹਥਿਆਰ ਵੀ ਹੈ, ਐਮੂਨੀਸ਼ਨ ਵੀ ਹੈ। ਹੁਣ ਇਸ ਬਾਰੂਦ ਹੋਰ ਹਥਿਆਰ ਦੇ ਰਾਹੀਂ ਮੈਂ ਪੂਰੇ ਦੇਸ਼ ਦੇ ਵਿੱਚ ਇਸ ਮੁੱਦੇ ਨੂੰ ਉਠਾਊਂਗਾ ਕਿ ਕਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਤਲ ਕੀਤਾ ਜਾ ਰਿਹਾ ਹੈ। ਹਾਲਾਂਕਿ ਦੂਜੇ ਪਾਸੋਂ ਭਾਜਪਾ ਨੇ ਵੀ ਜਵਾਬ ਦਿੱਤਾ ਕਿ ਇਹ ਜਿਹੜੀ ਡਿਸਕੁਆਲੀਫਿਕੇਸ਼ਨ ਹੋਈ ਹੈ ਇਹਦੇ ਵਾਸਤੇ ਰਾਹੁਲ ਗਾਂਧੀ ਆਪ ਰਿਸਪੌਂਸਿਬਲ ਹੈ। ਉਸ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਤੁਸੀਂ ਓਬੀਸੀ ਦਾ ਅਪਮਾਨ ਕੀਤਾ ਜਿਹਦੀ ਗੱਲ ਅਸੀਂ ਕਰਕੇ ਹਟੇ ਹਾਂ। ਫਿਰ ਰਾਹੁਲ ਗਾਂਧੀ ਨੂੰ ਗੁੱਸਾ ਚੜ ਗਿਆ। ਰਾਹੁਲ ਗਾਂਧੀ ਉਸ ਪੱਤਰਕਾਰ ਨੂੰ ਵਰਚੁਅਲੀ ਪੈ ਗਏ। ਉਹ ਕਹਿੰਦੇ ਵੀ ਤੁਸੀਂ ਭਾਜਪਾ ਦੇ ਬੰਦੇ ਹੋ, ਕੌਣ ਹੋ?
ਜੇ ਭਾਜਪਾ ਦੇ ਬੰਦੇ ਹੋ ਤਾਂ ਭਾਜਪਾ ਦਾ ਝੰਡਾ ਲਾ ਕੇ ਔਰ ਉਹਨੂੰ ਆਪਣੀ ਸ਼ਰਟ ਦੇ ਉੱਤੇ ਟੰਗ ਕੇ ਫਿਰ ਮੇਰੇ ਤੋਂ ਸਵਾਲ ਪੁੱਛੋ, ਔਰ ਮੈਂ ਤੁਹਾਨੂੰ ਉਸ ਤਰੀਕੇ ਨਾਲ ਹੀ ਜਵਾਬ ਦੂੰਗਾ ਜਿੱਦਾਂ ਭਾਜਪਾ ਅਗਰ ਇਹ ਗੱਲ ਰੇਜ਼ ਕਰਦੀ ਹੈ, ਜਿੱਦਾਂ ਮੈਂ ਭਾਜਪਾ ਨੂੰ ਦਿੰਦਾ। ਮੈਨੂੰ ਇਹ ਲੱਗਦਾ ਇਹ ਗੁੱਸਾ ਕਿਸੇ ਨਾ ਕਿਸੇ ਜਗ੍ਹਾ ਨਾਜਾਇਜ਼ ਸੀਗਾ, ਕਿਉਂਕਿ ਪੱਤਰਕਾਰ ਨੂੰ ਸਵਾਲ ਪੁੱਛਣ ਦਾ ਹੱਕ ਹੈ ਔਰ ਉਸ ਸਵਾਲ ਦਾ ਤੁਸੀਂ ਜਵਾਬ ਦਿਓ ਜਾਂ ਨਾ ਦਿਓ, ਪਰ ਇਸ ਤਰੀਕੇ ਨਾਲ ਰਿਐਕਟ ਕਰਨ ਦਾ ਹੱਕ ਤੁਹਾਨੂੰ ਨਹੀਂ ਹੈਗਾ। ਪਰ ਚਲੋ ਗੁੱਸਾ ਚੜਿਆ ਹੁੰਦਾ ਹੈ ਕਈ ਵਾਰ, ਨਵਾਂ ਲੋਕ ਸਭਾ ਤੋਂ ਕੱਢਿਆ ਹੋਇਆ ਬੰਦਾ ਤੇ ਸਵਾਲ ਵੀ ਕੋਈ ਔਖਾ ਪੁੱਛ ਲੇ ਤੇ ਗੁੱਸਾ ਤੇ ਚੜਦਾ ਹੈ। ਉਹਨਾਂ ਨੇ ਇਹ ਕਿਹਾ ਕਿ ਮੈਂ ਮਾਫੀ ਨਹੀਂ ਮੰਗੂਗਾ ਕਿਉਂਕਿ ਮੈਂ ਗਾਂਧੀ ਹੂੰ, ਜੇ ਮੈਂ ਸਾਵਰਕਰ ਹੁੰਦਾ ਮੈਂ ਮਾਫੀ ਮੰਗ ਦੂੰਗਾ। ਇਸ ਬਿਆਨ ਦੇ ਉੱਤੇ ਪਹਿਲੇ ਵੀ ਰਫੜ ਪਿਆ ਸੀਗਾ, ਹਜੇ ਵੀ ਇਸ ਬਿਆਨ ਦੇ ਉੱਤੇ ਅੱਗੇ ਵੀ ਰਫੜ ਪਏਗਾ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸਾਵਰਕਰ ਨੂੰ ਲੈ ਕੇ ਉਹ ਭਗਤ ਸਿੰਘ ਕੋਸ਼ਿਆਰੀ ਉਹਨਾਂ ਦਾ ਉਹ ਬਿਆਨ, ਉਹਦੇ ਉੱਤੇ ਵੀ ਕਾਫੀ ਵੱਡਾ ਇੱਕ ਕਨਫਲਿਕਟ ਹੋ ਗਿਆ ਸੀਗਾ, ਜਿਹਦੇ ਕਰਕੇ ਭਗਤ ਸਿੰਘ ਕੋਸ਼ਿਆਰੀ ਨੂੰ ਆਪ ਕਹਿਣਾ ਗਿਆ ਜੀ ਛੱਡੋ ਪਰੇ, ਹੱਥ ਜੋੜ ਕੇ ਮੈਂ ਤੇ ਗਵਰਨਰਸ਼ਿਪ ਨੂੰ ਵਾਪਸ ਜਾਣਾ ਚਾਹੁੰਦਾ। ਹੁਣ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅੱਜ ਦੇਸ਼ ਦੇ ਵਿੱਚ ਰਾਜਘਾਟ ਤੋਂ ਲੈ ਕੇ ਪੂਰੇ ਦੇਸ਼ ਦੇ ਵਿੱਚ ਕਾਂਗਰਸੀਆਂ ਦਾ ਉਹ ਪ੍ਰਦਰਸ਼ਨ ਅੱਗੇ ਚੱਲ ਕੇ ਇਸ ਮੁੱਦੇ ਨੂੰ ਕਿੱਦਾਂ ਭੁਨਾਉਂਦੇ ਨੇ ਜਾਂ ਕਿੱਦਾਂ ਅੱਗੇ ਲੈ ਕੇ ਜਾਂਦੇ ਨੇ, ਭਾਜਪਾ ਕਿੱਦਾਂ ਕਾਰਨਰ ਕਰਦੀ ਹੈ, ਇਹਨਾਂ ਸਾਰੀ ਗੱਲਾਂ ਦਾ ਬੜਾ ਇੱਕ ਇੰਪੋਰਟੈਂਸ ਰੱਖਦੀ ਹੈ। ਖਾਸ ਕਰਕੇ ਉਹ 6 ਸੂਬਿਆਂ ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਆ ਉੱਥੇ, ਔਰ ਫਿਰ ਜਿਹੜੇ ਵਾਇਨਾਡ ਦੇ ਵਿੱਚ ਬਾਈ ਇਲੈਕਸ਼ਨ ਹੋਣੇ ਆ, ਜੇ ਰਾਹੁਲ ਗਾਂਧੀ ਉਹਨਾਂ ਦਾ ਡਿਸਕੁਆਲੀਫਿਕੇਸ਼ਨ ਕਨਫਰਮ ਹੋਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਬਾਈ ਇਲੈਕਸ਼ਨ ਅਨਾਉਂਸ ਕਰਦੇ ਨੇ, ਪ੍ਰਿਯੰਕਾ ਗਾਂਧੀ ਉਹਨਾਂ ਦੇ ਉੱਥੋਂ ਚੁਣਾਵ ਦੇ ਵਿੱਚ ਉਤਰਨ ਦੀ ਅਟਕਲਾਂ ਚੱਲ ਰਹੀ ਹੈ, ਔਰ ਪ੍ਰਿਯੰਕਾ ਗਾਂਧੀ ਉਹਨਾਂ ਦੇ ਟਵੀਟ ਵੀ ਇਸ ਗੱਲ ਨੂੰ ਦਰਸਾਉਂਦੇ ਨੇ ਕਿ ਉਹ ਆਪਣੀ ਭਰਾ ਦੀ ਸੀਟ ਤੋਂ ਉੱਥੋਂ ਲੜਨ ਵਾਸਤੇ ਬਿਲਕੁਲ ਤਿਆਰ ਨੇ। ਐਡਾ ਸੌਖਾ ਨਹੀਂ ਭਾਸਕਰ ਸਾਹਿਬ, ਮੈਨੂੰ ਲੱਗਦਾ ਇੱਥੇ ਰੋਕ ਲੱਗੂਗੀ। ਇਹ ਬੜੀ ਜਲਦੀ ਖਬਰਾਂ ਸਾਹਮਣੇ ਆਉਣ ਵਾਲੀਆਂ। ਕੋਈ ਕਿਸੇ ਨੇ PIL ਤਾਂ ਪਾ ਹੀ ਦਿੱਤੀ, ਰਾਹੁਲ ਗਾਂਧੀ ਨੇ ਤੇ ਜਾਣਾ ਹੀ ਹੈ, ਪਰ PIL ਇੱਥੇ ਪੈ ਗਈ ਹੈ। ਇੰਦਰਪ੍ਰੀਤ ਜੀ ਕੋਈ ਟਿੱਪਣੀ ਦੇਣੀ ਤਾਂ ਦਿਓ, ਨਹੀਂ ਤਾਂ ਇਹਦੇ 'ਚ ਅਸੀਂ ਅਵਾਰਾ ਪਸ਼ੂਆਂ ਵਾਲਾ ਜਿਹੜਾ ਮਾਮਲਾ ਵਿਧਾਨ ਸਭਾ 'ਚ ਆਇਆ ਸੀ, ਕਿੰਨੇ ਕਤਲ ਹੋ ਰਹੇ ਆ, ਕਿਵੇਂ ਹਾਈ ਕੋਰਟ ਦੇ ਵਿੱਚ ਲੋਕ ਗਏ ਹੋਏ ਆ 100 ਦੇ ਕਰੀਬ, ਔਰ ਕਿਸ ਤਰੀਕੇ ਨਾਲ ਇਹ ਦੋ ਵਿਭਾਗਾਂ 'ਚ ਲੜਾਈ ਪਈ ਹੋਈ ਆ ਕਿ ਜਿਹੜੇ ਲੋਕ ਅਵਾਰਾ ਪਸ਼ੂਆਂ ਦੇ ਕਾਰਨ ਮਾਰੇ ਗਏ, ਜਾਨ ਤੋਂ ਹੱਥੋਂ ਬੈਠੇ, ਉਹਨਾਂ ਨੂੰ ਕੋਈ ਮੁਆਵਜ਼ਾ ਮਿਲੇ। ਇਹ ਬੜੀ ਜਗੋਂ 13ਵੀਂ ਦੀ ਗੱਲ ਆ, ਅਜੀਬੋ ਗਰੀਬ ਆ ਕਿ ਉਹਨੇ ਲੋਕ ਨਸ਼ਿਆਂ 'ਚ ਨਹੀਂ ਮਰਦੇ ਜਿੰਨੀਆਂ ਸਾਡੀਆਂ ਸੜਕਾਂ ਖਾ ਜਾਂਦੀਆਂ, ਤੇ ਜ਼ਿੰਮੇਵਾਰੀ ਕੋ ਲੈਣ ਨੂੰ ਤਿਆਰ ਨਹੀਂ। ਨਾਲ ਅਸੀਂ ਫਿਰ ਪਾਵਰ ਸਬਸਿਡੀ ਵਾਲੀ ਗੱਲ ਜ਼ਰੂਰ ਕਰਾਂਗੇ, ਪਰ ਆ ਪਹਿਲਾਂ ਐਡਰੈਸ ਕਰ ਦਿਓ। ਰੰਧਾਵਾ ਸਾਹਿਬ, ਜਿਹੜੀ ਇਹ ਰਿਪੋਰਟ ਪੇਸ਼ ਹੋਈ ਹੈ ਵਿਧਾਨ ਸਭਾ ਦੀ ਇੱਕ ਲੋਕਲ ਬੋਡੀਜ਼ ਦੇ ਮਾਮਲਿਆਂ ਨੂੰ ਲੈ ਕੇ ਨਿਗਰਾਨੀ ਵਾਲੀ ਇੱਕ ਕਮੇਟੀ ਬਣੀ ਹੋਈ ਹੈ, ਜਗਰੂਪ ਸਿੰਘ ਗਿੱਲ ਉਹਦੇ ਚੇਅਰਮੈਨ ਨੇ, ਜਿਹੜੇ ਖੁਦ ਵੀ 6-7 ਵਾਰ ਰਹਿ ਚੁੱਕੇ ਨੇ, ਪਾਰਸ਼ਦ ਵੀ, ਨਗਰਪਾਲਿਕਾ ਦੇ ਪ੍ਰਧਾਨ ਵੀ, ਉਹਨਾਂ ਕੋਲ ਚੰਗਾ ਐਕਸਪੀਰੀਅੰਸ ਹੈ। ਉਹਨਾਂ ਨੇ ਜਿਹੜੀ ਇਹ ਰਿਪੋਰਟ ਦਿੱਤੀ ਹੈ ਉਹ ਬੜੀ ਚਿੰਤਾ ਵਾਲੀ ਹੈ। ਚਿੰਤਾ ਵਾਲੀ ਇਸ ਕਰਕੇ ਮੈਂ ਕਹਿ ਰਿਹਾ ਕਿ ਉਹਨਾਂ ਨੇ ਕਿਹਾ ਕਿ ਸਿਰਫ ਹਜੇ ਅਸੀਂ 25% ਜਿਹੜੇ ਪਸ਼ੂ ਨੇ ਉਹ ਸੰਭਾਲ ਪਾ ਰਹੇ ਹਾਂ, ਚਾਹੇ ਉਹ ਸਾਡੀਆਂ 417 ਪ੍ਰਾਈਵੇਟ ਔਰ 20 ਜਿਹੜੀਆਂ ਹੈ ਗਵਰਨਮੈਂਟ ਦੀਆਂ ਗਊਸ਼ਾਲਾਵਾਂ ਹੋਣ, ਅਸੀਂ ਸਿਰਫ 25% ਸੰਭਾਲ ਪਾ ਰਹੇ ਹਾਂ। ਯਾਨੀ 75% ਜਿਹੜੇ ਪਸ਼ੂ ਨੇ ਉਹ ਸੜਕਾਂ ਤੇ ਤੁਰੇ ਫਿਰ ਰਹੇ ਨੇ, ਸੜਕਾਂ ਤੇ ਤੁਰੇ ਫਿਰ ਰਹੇ। ਤੇ ਜਿਹੜੀ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ 2007 ਤੋਂ 12 ਵਾਲੀ ਜਿਹੜੀ ਬਾਲ ਸਾਹਿਬ ਦੀ ਗਵਰਨਮੈਂਟ ਸੀ, ਉਦੋਂ ਇੱਕ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਪੇਸ਼ ਹੋਈ ਸੀ, ਜਿਹਦੇ 'ਚ ਇਹ ਆਇਆ ਸੀ ਕਿ 11 ਬੰਦੇ ਰੋਜ਼ ਮਤਲਬ ਐਕਸੀਡੈਂਟਾਂ ਨਾਲ ਮਰ ਰਹੇ ਹੈ। ਤੇ ਜਿਹੜੀ ਉਹਨਾਂ ਨੇ ਅੱਗੇ ਫਿਰ ਕਲਾਸੀਫਾਈ ਕੀਤਾ ਸੀ ਸਾਰਾ, ਉਹਦੇ 'ਚ ਇਹ ਆਇਆ ਸੀ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਉਸ 'ਚ ਖਾਸ ਤੌਰ ਤੇ ਜਿਹੜਾ ਯੁਵਾ ਵਰਗ ਹੈ, ਨੌਜਵਾਨ ਵਰਗ ਜਿਹੜਾ ਹੈਗਾ, ਉਹ ਮਰ ਰਿਹਾ ਐਕਸੀਡੈਂਟ ਉਹ ਜਿਹੜੇ ਪਸ਼ੂਆਂ ਦੇ ਸੜਕਾਂ ਦੇ ਉੱਪਰ ਆ ਜਾਣ ਕਾਰਨ ਹੁੰਦਾ ਹੈ। ਰਾਤ ਨੂੰ ਅਚਾਨਕ ਕੋਈ ਪਸ਼ੂ ਸੜਕ ਤੇ ਆ ਗਿਆ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲਦਾ, ਗੱਡੀ ਜਿਹੜੀ ਹੈ ਬਿਲਕੁਲ ਅਨਕੰਟਰੋਲ ਹੋ ਕੇ ਸਿੱਧੀ ਖਤਾਨਾਂ 'ਚ ਵੱਜਦੀ ਹੈ ਜਾ ਕੇ ਤੇ ਪਲਟ ਜਾਂਦੀ ਹੈ, ਜਾਂ ਤੇ ਜਿੰਨੇ ਵੀ ਹੁੰਦੇ ਆ ਤਕਰੀਬਨ ਫਿਰ ਸਾਰੇ ਹੀ ਡੈਥ ਹੋ ਜਾਂਦੇ ਆ। ਪਿੱਛੇ ਜੇ ਸਾਡੇ ਇੱਕ ਪੱਤਰਕਾਰ ਦੇ ਬੇਟੇ ਦੀ ਵੀ ਇਸੇ ਕਰਕੇ ਡੈਥ ਹੋਈ, ਤੁਹਾਨੂੰ ਸਾਰਿਆਂ ਨੂੰ ਧਿਆਨ 'ਚ ਹੀ ਹੋਊਗਾ, ਜਲੰਧਰ ਲਾਗੇ ਜਿਹੜਾ ਹੋਇਆ ਸੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿੰਨੀਆਂ ਚਿੰਤਾ ਵਾਲੀਆਂ ਨੇ, ਪਰ ਮੈਂ ਇੰਨੇ ਸਾਲਾਂ ਤੋਂ ਉਸ ਦੌਰਾਨ ਤੋਂ ਕਰ ਰਿਹਾ ਰਿਪੋਰਟਿੰਗ, ਇੰਨੇ ਸਾਲਾਂ ਤੋਂ ਮੈਂ ਦੇਖ ਰਿਹਾ ਕਿ ਸਿਰਫ ਔਰ ਸਿਰਫ ਉੱਥੇ ਬਹਿਸ ਹੁੰਦੀ ਹੈ, ਬਹਿਸ ਤੋਂ ਬਾਅਦ ਰਿਪੋਰਟਾਂ ਆਉਂਦੀਆਂ ਨੇ, ਰਿਪੋਰਟਾਂ ਦੇ ਵਿੱਚ ਕੁਝ ਸੁਝਾਅ ਹੁੰਦੇ। ਸੁਝਾਅ ਪਿਛਲੀ ਵਾਰ ਬਾਲ ਸਾਹਿਬ ਦੀ ਗਵਰਨਮੈਂਟ ਵੇਲੇ ਆਇਆ ਕਿ ਹਰ ਬਲਾਕ 'ਚ 25 ਕਿੱਲੇ ਜ਼ਮੀਨ ਲੈ ਕੇ ਇੱਕ ਗਊਸ਼ਾਲਾ ਵੱਡੀ ਬਣਾਈ ਜਾਇਆ ਕਰੂਗੀ, ਜਿਸ 'ਚ ਉਸ ਬਲਾਕ ਦੇ ਸਾਰੇ ਜਿਹੜੇ ਪਸ਼ੂ ਨੇ ਉਹ ਉਸ 'ਚ ਰੱਖੇ ਜਾ ਕਰਨਗੇ। ਇਹ ਵੀ ਫੇਲ ਹੋ ਗਿਆ, ਨਹੀਂ ਚੱਲਿਆ। 10-12 ਬਲਾਕਾਂ ਦੇ ਵਿੱਚ ਇਹ ਚੱਲ ਰਹੀਆਂ, ਬਾਕੀ ਹਜੇ ਜਿਹੜੇ 143 ਬਲਾਕ ਨੇ ਉਹ ਸਮਝ ਲਓ ਉਹ ਨਹੀਂ ਹੈਗੇ। ਹੁਣ ਜਿਹੜਾ ਇਸ ਕਮੇਟੀ ਨੇ ਇੱਕ ਰਿਪੋਰਟ ਦਿੱਤੀ, ਇਹਨੇ ਕਿਹਾ ਵੀ ਤੁਹਾਡੇ ਕੋਲ ਨਹਿਰਾਂ ਦੇ ਕਿਨਾਰੇ ਜਿਹੜਾ ਹੈਗਾ ਫੋਰੈਸਟ ਦੀ ਬਹੁਤ ਲੰਬੀ ਕਿਲੋਮੀਟਰਾਂ ਜ਼ਮੀਨ ਹੁੰਦੀ ਹੈ, ਇਹਦੇ ਤੇ ਤੁਸੀਂ ਬਾੜਬੰਦੀ ਕਰਕੇ
ਆਵਾਰਾ ਪਸ਼ੂਆਂ ਨੂੰ ਤੁਸੀਂ ਇਹਦੇ 'ਚ ਓਪਨ ਗਊਸ਼ਾਲਾ ਬਣਾ ਕੇ ਇਹਦੇ 'ਚ ਛੱਡ ਦਿਓ। ਤਾਂ ਇਸ ਤੇ ਜਿਹੜੇ ਲੋਕਲ ਬੋਡੀ ਮਿਨਿਸਟਰ ਹੈਗੇ ਆ, ਉਹਨਾਂ ਨੇ ਇਹਦਾ ਸਵਾਗਤ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਸਹੀ ਸੁਝਾਅ ਹੈ, ਇਹਦੇ ਨਾਲ ਜ਼ਮੀਨ ਦੀ ਵੀ ਜ਼ਿਆਦਾ ਲੋੜ ਨਹੀਂ ਪੈਗੀ, ਸਾਡੇ ਕੋਲ ਆਲਰੇਡੀ ਅਵੇਲੇਬਲ ਹੈ। ਜਿਹੜਾ ਕੌਸੈਸ ਲੱਗਿਆ ਹੋਇਆ ਉਹ ਅਸੀਂ ਇਸ ਤੋਂ ਲੈ ਕੇ ਇਹਨੂੰ ਉਹ ਦੇ ਦਾਂਗੇ। ਪਰ ਹੈਰਾਨੀ ਦੀ ਗੱਲ ਇਹਦੇ 'ਚ ਇਹ ਸੀ ਕਿ ਜਿਹੜੀ ਇੱਕ ਫਿਗਰ ਆਈ ਉਹ ਸੀ 1,70,000 ਪਸ਼ੂ ਜਿਹੜਾ ਹੈ ਅੱਜ ਵੀ ਸੜਕਾਂ ਦੇ ਉੱਤੇ ਹੈ। ਜਿਹੜਾ ਅਸੀਂ ਜਦੋਂ ਗੱਲ ਕਰਦੇ ਹਾਂ 25% ਹੀ ਬਾਹਰ ਹੈ, ਇਹ 75% ਜਿਹੜਾ ਹੈਗਾ 1,70,000 ਪਸ਼ੂ ਹੈ। ਤੇ ਉਸ ਇੱਕ ਜਿਹੜੀ ਹੋਰ ਫਿਗਰ ਆਈ ਉਹ ਹੋਰ ਵੀ ਇੰਟਰਸਟਿੰਗ ਸੀ ਕਿ 100 ਲੋਕਾਂ ਨੇ ਕੇਸ ਕੀਤਾ ਹੋਇਆ ਹਾਈ ਕੋਰਟ ਦੇ ਵਿੱਚ, ਹੋ ਸਕਦਾ ਲੋਅਰ ਕੋਰਟਾਂ ਦੇ ਵਿੱਚ ਵੀ ਹੋਣ, ਲੇਕਿਨ 100 ਤਾਂ ਹਾਈ ਕੋਰਟਾਂ 'ਚ ਨੇ, ਜਿਹੜੇ ਇਹ ਮੁਆਵਜ਼ਾ ਮੰਗ ਰਿਹਾ ਕਿ ਆਵਾਰਾ ਪਸ਼ੂਆਂ ਕਰਕੇ ਸਾਡੀ ਬੱਚੇ ਦੀ ਜਾਨ ਚਲੀ ਗਈ, ਉਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ। ਉੱਥੇ ਲੜਾਈ ਇਹ ਚੱਲ ਰਹੀ ਹੈ ਕਿ ਮੁਆਵਜ਼ਾ ਦੇ ਕੌਣ, ਲੋਕਲ ਬੋਡੀ ਗਵਰਨਮੈਂਟ ਦੇ ਜਿੱਥੇ ਜਿਨ੍ਹਾਂ ਦੀਆਂ ਸੜਕਾਂ ਦੇ ਉੱਪਰ ਆ ਕੇ ਬੱਚੇ ਦੀ ਡੈਥ ਹੋਈ ਹੈ, ਜਾਂ ਉਹ ਪਸ਼ੂ ਜਿਹੜੇ ਰੂਰਲ ਡਿਵੈਲਪਮੈਂਟ ਯਾਨੀ ਪਿੰਡਾਂ ਚੋਂ ਇੱਧਰ ਆਏ ਨੇ ਉਹ ਦੇਣ। ਹਜੇ ਉਸ ਤੇ ਚੱਲ ਰਹੀ ਹੈ ਤੇ ਉਹਨਾਂ ਦੇ ਅਧਿਕਾਰੀਆਂ ਨੇ ਰਿਪੋਰਟ 'ਚ ਹੀ ਕਿਹਾ ਗਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਤੇ 1 ਮਹੀਨੇ ਦੇ ਅੰਦਰ ਅੰਦਰ ਪਾਲਿਸੀ ਬਣਾ ਲਾਂਗੇ ਤੇ ਉਹਦੇ 'ਚ ਤੈਅ ਹੋ ਜਾਏਗਾ ਕਿ ਕੌਣ ਇਹਦਾ ਮੁਆਵਜ਼ਾ ਦੇਗਾ। ਗੱਲ ਮੁਆਵਜ਼ੇ ਦੀ ਨਹੀਂ ਹੈ, ਗੱਲ ਕੀ ਪਰ ਅਸੀਂ ਫਿਰ ਮੁਆਵਜ਼ਾ ਦੇ ਕੇ ਇਸ ਗੱਲ ਤੋਂ ਸੁਰਖਰੂ ਹੋ ਜਾਾਂਗੇ ਕਿ ਹਾਂ ਕੋਈ ਗੱਲ ਨਹੀਂ, ਮਰਦੇ ਜਿੰਨੇ ਮਰ ਜਾਣ ਅਸੀਂ ਮੁਆਵਜ਼ਾ ਦੇ ਦਿਆ ਕਰਾਂਗੇ। ਕੀ ਅਸੀਂ ਇਹ ਪੈਸਾ ਇਸ ਗੱਲ ਦੇ ਉੱਤੇ ਲਗਾਵਾਂਗੇ ਕਿ ਨਹੀਂ ਅਸੀਂ ਕੋਈ ਮੌਤ ਹੀ ਹੋਣ ਨਹੀਂ ਦੇਣੀ, ਖਾਸ ਤੌਰ ਤੇ ਆਵਾਰਾ ਪਸ਼ੂਆਂ ਕਰਕੇ, ਕਿ ਅਸੀਂ ਇਸ ਗੱਲ ਵੱਲ ਜਾਵਾਂਗੇ? ਇਹ ਸਵਾਲ ਜਿਹੜਾ ਹੈਗਾ ਇਹ ਜ਼ਿਆਦਾ ਵੱਡਾ ਹੈ, ਮੈਨੂੰ ਲੱਗਦਾ ਕਿ ਇਸ ਨੂੰ ਐਡਰੈਸ ਕਰਨ ਦੀ ਲੋੜ ਹੈ। ਭਾਸਕਰ ਸਾਹਿਬ, ਅਸੀਂ ਅੰਦਰ ਜਾਣ ਵਾਲਿਆਂ ਦੀਆਂ ਖਬਰਾਂ ਤਾਂ ਦਿੰਨੇ ਆ ਕਿ ਫਲਾਣੇ ਨੂੰ ਫੜ ਲਿਆ, ਜੇਲ੍ਹ ਭੇਜਤਾ, ਰਿਮਾਂਡ ਤੇ ਲੈ ਲਿਆ, ਬਾਹਰ ਨਿਕਲਿਆਂ ਦੀ ਖਬਰ ਵੀ ਦੇਣੀ ਚਾਹੀਦੀ ਆ, ਨਹੀਂ ਤੇ ਅਨਿਆਂ ਹੋਊਗਾ। ਭਾਰਤ ਭੂਸ਼ਣ ਆਸ਼ੂ ਕੱਲ ਜ਼ਮਾਨਤ ਮਿਲਣ ਤੋਂ ਬਾਅਦ ਆਏ, ਉਹ ਗੁਰੂ ਘਰ ਸ਼ਰਧਾ ਵਿਅਕਤ ਕਰਕੇ ਰਾਜਾ ਵੜਿੰਗ ਨਾਲ ਵਾਪਸ ਆਪਣੇ ਘਰ ਨੂੰ ਚਲੇ ਗਏ ਨੇ। ਹੁਣ ਇੱਕ ਤਾਂ ਥੋੜੀ ਜਿਹੀ ਇਹਦੀ ਜਾਣਕਾਰੀ ਦੇ ਦਿਓ, ਤੇ ਦੂਜਾ ਜਿਹੜਾ ਮਾਮਲਾ ਤੁਸੀਂ ਹੀ ਮੇਰੇ ਧਿਆਨ ਚ ਲਿਆ ਰਹੇ ਸੀਗੇ ਕਿ ਤੁਹਾਡੇ ਹੀ ਜ਼ਿਲ੍ਹੇ ਦੇ ਵਿੱਚ 1000 ਮੁੰਡੇ ਪਿੱਛੇ ਕੁੜੀਆਂ 887 ਰਹਿ ਗਈਆਂ, ਇਹ ਬੜਾ ਹੈਰਾਨਕੁਨ ਅੰਕੜਾ ਹੈ ਕਿ ਗੁਰਦਾਸਪੁਰ ਦੇ ਵਿੱਚ ਇਹ ਸਥਿਤੀ, ਇਹਦਾ ਮਤਲਬ ਬਾਕੀ ਪੰਜਾਬ ਦੇ ਵਿੱਚ ਵੀ ਸਥਿਤੀ ਖਰਾਬ ਹੋਈ ਹੋਊਗੀ। ਇਹ ਇੱਕ ਜ਼ਿਲ੍ਹੇ ਦਾ ਅੰਕੜਾ ਆਇਆ, ਇਹ ਦੋ ਚੀਜ਼ਾਂ ਨੂੰ ਇਕੱਠਿਆਂ ਐਡਰੈਸ ਕਰ ਦਿਓ। ਭਾਰਤ ਭੂਸ਼ਣ ਆਸ਼ੂ ਅਗਸਤ 22 ਨੂੰ ਨਾਈ ਦੀ ਦੁਕਾਨ ਤੋਂ ਫੜ ਕੇ ਵਿਜੀਲੈਂਸ ਵਾਲੇ ਲੈ ਗਏ ਸੀ ਅੰਦਰ, ਤੇ ਕੱਲ ਉਹ ਬਾਹਰ ਆਏ ਨੇ। ਬਾਹਰ ਨਿਕਲਦੇ ਹੀ ਉਹ ਇਮੋਸ਼ਨਲ ਹੋਏ। ਉਹਨਾਂ ਦੇ ਵੈਲਕਮ ਦੇ ਵਿੱਚ ਉਹਨਾਂ ਦੇ ਕਾਫੀ ਸਾਰੇ ਸਮਰਥਕ ਇਨਕਲੂਡਿੰਗ ਰਾਜਾ ਵੜਿੰਗ ਉਹਨਾਂ ਵੀ ਪਹੁੰਚੇ ਹੋਏ ਸੀਗੇ। ਮੱਥਾ ਟੇਕਣ ਤੋਂ ਬਾਅਦ ਉਹ ਸਿੱਧਾ ਲੁਧਿਆਣੇ ਗਏ ਆਪਣੇ ਘਰ। ਇਮੋਸ਼ਨਲ ਜ਼ਰੂਰ ਨਜ਼ਰ ਆਏ ਸੀ ਉਹ, ਆਪਣੇ ਸਮਰਥਕਾਂ ਨਾਲ ਗਲੇ ਮਿਲਦੇ ਹੋਏ, ਉਹਨਾਂ ਦੀ ਅੱਖਾਂ ਦੇ ਵਿੱਚ ਆਂਸੂ ਵੀ ਸੀ। 207 ਦਿਨ ਉਹ ਪਟਿਆਲਾ ਜੇਲ੍ਹ ਦੇ ਵਿੱਚ ਰਹੇ ਨੇ, ਔਰ ਜਦ 207 ਦਿਨ ਬਿਤਾਉਣ ਤੋਂ ਬਾਅਦ ਉਸ ਜੇਲ੍ਹ ਤੋਂ ਰਿਹਾਈ ਹੁੰਦੀ ਹੈ ਤੇ ਹਰ ਵਿਅਕਤੀ ਇਮੋਸ਼ਨਲ ਹੋ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਵੀ ਗੱਲਾਂ ਤੁਰ ਰਹੀ ਹੈ, ਪਰ ਹੁੰਦੀ ਹੈ ਕਿ ਨਹੀਂ ਹੁੰਦੀ, ਕਿ ਉਹ ਵੀ ਰਿਹਾਈ ਤੋਂ ਬਾਅਦ ਕਿੰਨੇ ਕੁ ਇਮੋਸ਼ਨਲ ਹੁੰਦੇ, ਕਿੰਨਾ ਕੁ ਵੈਲਕਮ ਮਿਲਦਾ ਹੈ। ਇਹ ਵੀ ਇੱਕ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਸ਼ੂ ਤੇ ਬਣਿਆ ਹੋਇਆ ਹੈ। ਪਰ ਨਾਲ ਦੇ ਨਾਲ ਤੁਸੀਂ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਗੱਲ ਕੀਤੀ ਹੈ, ਉਹ ਵਾਕਈ ਬੜਾ ਗੰਭੀਰ ਮੁੱਦਾ ਹੈ। ਗੁਰਦਾਸਪੁਰ ਹੀ ਕਿਉਂ? ਗੁਰਦਾਸਪੁਰ ਦੇ ਵਿੱਚ ਜੇ ਸੈਕਸ ਰੇਸ਼ੀਓ ਦੀ ਗੱਲ ਕਰੀਏ, ਯਾਨੀ ਕਿੰਨੀ ਕੁੜੀਆਂ ਕਿੰਨੇ ਮੁੰਡਿਆਂ ਦੇ ਮਗਰ, 1000 ਮੁੰਡੇ ਨੇ ਤੇ ਕੁੜੀਆਂ 887 ਨੇ, 887 ਕੁੜੀਆਂ 1000 ਮੁੰਡਿਆਂ ਦੇ ਮਗਰ। ਇਸ ਬੈਚਮੇਟ ਦੀ ਗੱਲ ਹੁੰਦੀ ਹੈ, ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਜਿਹੜੀ ਬਰਥ ਰੇਸ਼ੀਓ ਦੇਖੀ ਜਾਂਦੀ ਹੈ। ਇਹਦੇ ਹਿਸਾਬ ਨਾਲ ਵਿਆਹ ਵੇਲੇ 113 ਮੁੰਡਿਆਂ ਨੂੰ ਪ੍ਰੋਬਲਮ ਆਏਗੀ ਜੇ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਕੋਈ ਵਿਆਹ ਕਰਨਾ ਚਾਹੁੰਦੇ ਨੇ। ਹਾਂ, ਕਿਸੇ ਦਾ ਵਿਆਹ ਕੋਈ ਜਲੰਧਰ ਹੋ ਜਾਏ ਜਾਂ ਦੂਜੇ ਸੂਬਿਆਂ ਦੇ ਵਿੱਚ ਹੋ ਜਾਏ ਜਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਹੋ ਜਾਏ ਤਾਂ ਗੱਲ ਦੂਜੀ ਹੈ। ਹੁਣ ਇਹ ਜਿਹੜੀ ਸੈਕਸ ਰੇਸ਼ੀਓ ਹੈ, ਪੂਰੇ ਭਾਰਤ ਦੀ ਗੱਲ ਕਰੀਏ ਤੇ ਫਿਰ ਸਟੇਟ ਦੀ ਗੱਲ ਕਰੀਏ ਤੇ 926 ਹੈ। ਹੁਣ 926 ਦੇ ਵਿੱਚੋਂ ਗੁਰਦਾਸਪੁਰ ਦੇ ਵਿੱਚ ਇਹ ਘੱਟ ਕਿਉਂ ਹੈ ਕੁੜੀਆਂ ਦੀ ਰੇਸ਼ੀਓ ਹੈ? ਤੇ ਚਲੋ ਇਹਦਾ ਜਵਾਬ ਤੇ ਰੰਧਾਵਾ ਜੀ ਤੁਸੀਂ ਮੈਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਦੇ ਸਕਦੇ ਹੋ ਕਿ ਤੁਹਾਡਾ ਜ਼ਿਲ੍ਹਾ ਵੀ ਗੁਰਦਾਸਪੁਰ ਹੈ। ਪਰ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਕਹਿ ਦਿੱਤਾ ਵੀ ਸਖਤੀ ਕਰ ਦਿਓ PNDT ਐਕਟ। ਜਿਹੜਾ ਕੋਈ ਸਕੈਨ ਕਰਾਉਂਦਾ ਕੁੜੀ ਮੁੰਡੇ ਦਾ, ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਓ। ਕਾਨੂੰਨ ਤੇ ਪਹਿਲੇ ਹੀ ਸਖਤ ਹੈ। ਹੁਣ ਗੁਰਦਾਸਪੁਰ ਦੇ ਵਿੱਚ ਇਹ ਸਖਤੀ ਕਿੱਦਾਂ ਵਧਾਈ ਜਾਏਗੀ? ਕਿਸ ਤਰੀਕੇ ਨਾਲ ਇਸ ਸੈਕਸ ਰੇਸ਼ੀਓ ਨੂੰ ਇੰਪਰੂਵ ਕੀਤਾ ਜਾਏਗਾ? ਟੀਚੇ ਰੱਖੇ ਨੇ। ਹਰਿਆਣਾ ਦੇ ਵਿੱਚ ਵੀ ਇਹ ਪ੍ਰੋਬਲਮ ਆਈ ਸੀ, ਪਰ ਹਰਿਆਣਾ ਨੇ ਆਪਣੇ ਆਪ ਨੂੰ ਸੁਧਾਰ ਲਿਆ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ, ਜਾਂ ਫਿਰ ਉਸੇ ਦੇ ਪਹਿਲੇ ਸਵਾਸਥ ਮੰਤਰੀ ਵੀ ਰਹਿ ਚੁੱਕੇ ਨੇ ਅਨਿਲ ਵਿਜ, ਉਹਨਾਂ ਤੋਂ ਡਾਕਟਰ ਬਲਬੀਰ ਸਿੰਘ ਕੋਈ ਸਲਾਹ ਸਲੂਹ ਲੈ ਲੈਣ ਵੀ ਤੁਸੀਂ ਸੈਕਸ ਰੇਸ਼ੀਓ ਕਿੱਦਾਂ ਵਧਾਈ, ਤੇ ਆਪਾਂ ਫਿਰ ਗੁਰਦਾਸਪੁਰ ਦੇ ਵਿੱਚ ਉਦਾਂ ਦੀ ਹੀ ਚੀਜ਼ਾਂ ਇੰਪਲੀਮੈਂਟ ਕਰਕੇ ਇੱਥੇ ਵੀ ਵਧਾ ਲਾਂਗੇ।
ਇਹ ਚਿੰਤਾ ਦਾ ਵਿਸ਼ਾ ਤੇ ਹੈ। ਪਰ ਨਾਲ ਦੇ ਨਾਲ ਮੰਡ ਏਰੀਆ, ਰੰਧਾਵਾ ਜੀ, ਆਪਣੇ ਕਪੂਰਥਲਾ ਦੇ ਲਾਗੇ ਇੱਕ ਮੰਡ ਏਰੀਆ ਪੈਂਦਾ ਜਿਹੜਾ ਚਾਰੋਂ ਤਰਫੋਂ ਦੂਜੇ ਪਿੰਡਾਂ ਤੋਂ ਕਟਿਆ ਹੋਇਆ। ਉੱਥੇ ਮੁੰਡਿਆਂ ਦੇ ਵਿਆਹ ਇਸ ਕਰਕੇ ਨਹੀਂ ਹੁੰਦੇ ਕਿ ਵੀ ਕੁੜੀਆਂ ਕਹਿੰਦੀਆਂ ਵੀ ਕਿ ਕੋਈ ਕੁੜੀ ਬੰਦਾ ਆਪਣੀ ਕੁੜੀ ਉਹਨਾਂ ਨੂੰ ਕਿਉਂ ਦੇ ਜਿਹਨੂੰ ਦਰਿਆ ਪਾਰ ਕਰਨ ਵਾਸਤੇ ਇੰਨਾ ਟਾਈਮ ਲੱਗਦਾ ਹੋਏ। ਇਹ ਕੁਝ ਸਥਿਤੀ ਗੁਰਦਾਸਪੁਰ ਦੀ ਨਾ ਹੋ ਜਾਏ, ਅੱਗੇ ਚੱਲ ਕੇ 113 ਮੁੰਡੇ ਗੁਰਦਾਸਪੁਰ ਦੇ ਕੁਵਾਰੇ ਨਾ ਰਹਿ ਜਾਣ। ਇਸ ਕਰਕੇ ਤੁਹਾਨੂੰ ਚਿੰਤਾ ਹੋਣੀ ਲਾਜ਼ਮੀ ਹੈ। ਹਾਂ, ਚਿੰਤਾ ਹੋਣੀ ਤੇ ਮੈਨੂੰ ਲਾਜ਼ਮੀ ਆ। ਮੈਂ ਹੁਣ ਕਰਾਂ ਕੀ ਇਹਦੇ ਚ? ਮੈਂ ਤੇ ਸੋਚੀ ਪੈ ਗਿਆ, ਤੁਸੀਂ ਮੇਰੇ ਮੋਢੇ ਤੇ ਰੱਖਤੀ ਆ, ਮੈਂ ਨਹੀਂ ਕੁਝ ਕਹਿਣਾ, ਮੈਂ ਸੋਚ ਕੇ ਦੱਸੂਗਾ ਜੀ। ਆਪਾਂ ਵੀ ਸਰਕਾਰ ਵਾਂਗ ਐਡੀ ਛੇਤੀ ਰਿਐਕਟ ਨਹੀਂ ਕਰਦੇ ਹੁੰਦੇ। ਇੰਦਰਪ੍ਰੀਤ ਜੀ, ਆ ਸਟੇਟ ਨੇ 3 ਮੌਕੇ ਖੁੰਝਾਤੇ। ਅੱਗੇ ਆਪਣੇ ਥਰਮਲ ਪਲਾਂਟਾਂ 'ਚ ਕੋਈ ਲਾਉਣਾ ਸੀ ਜਮਾ ਘਟਾਓ, ਕੇਂਦਰ ਦੀਆਂ ਜਿਹੜਾ ਉਹਨਾਂ ਨੇ ਜ਼ਰੂਰੀ ਕੀਤਾ ਹੋਇਆ ਸੀ, ਮੈਂਡੇਟਰੀ ਸੀਗਾ, ਤੇ ਇਸ ਕਰਕੇ ਸਾਨੂੰ ਨੁਕਸਾਨ ਉਠਾਉਣਾ ਪੈ ਸਕਦਾ। ਸਾਡੀ ਗ੍ਰਾਂਟ ਗਰੂੰਟ ਰੋਕ ਸਕਦੇ ਆ ਬਿਜਲੀ ਨਾਲ ਸੰਬੰਧਿਤ। ਇਹ ਬਿਜਲੀ ਨਿਗਮ ਨੂੰ ਪੰਗਾ ਹੀ ਪਿਆ ਰਹਿੰਦਾ, ਕਦੇ ਆਹ ਕਰ ਲਓ ਕਦੇ ਉਹ ਕਰ ਲਓ। ਇੱਧਰ ਸਰਕਾਰਾਂ ਨਹੀਂ ਟਿਕਣ ਦਿੰਦੀਆਂ, ਕਹਿੰਦੇ ਇਹਨੂੰ 300 ਯੂਨਿਟ ਦੇ ਦਿਓ, ਇਹਨੂੰ 5 ਰੁਪਏ ਦੇ ਦਿਓ, ਇਹਨੂੰ ਇੰਜ ਦੇ ਦਿਓ। ਉਹ ਬਿਜ਼ਨਸ ਕਰਨ ਕਿ ਸੇਵਾ ਕਰਨ, ਚਲੋ ਆਪਾਂ ਇਹ ਪਾਸੇ ਰੱਖ ਲਈਏ ਪਲ ਦੀ ਪਲ। ਪਹਿਲਾਂ ਤੁਸੀਂ ਐਡਰੈਸ ਕਰੋ। ਦਿੱਲੀ 'ਚ ਵਿੱਚ ਮੇਲਾ ਪਿਆ, ਦਿੱਲੀ ਦੀ ਸਰਕਾਰ ਤੇ LG ਦੇ ਵਿੱਚ ਆਪਸ ਵਿੱਚ ਕਿੱਥੇ ਭਸੋੜੀ ਫਸ ਗਈ। ਦੋਨੇ ਚੀਜ਼ਾਂ ਨੂੰ ਇਕੱਠਿਆਂ ਐਡਰੈਸ ਕਰੋ। ਮੈਨੂੰ ਲੱਗਦਾ 300 ਯੂਨਿਟ ਵਾਲੀ ਗੱਲ 5 ਸਾਲ ਚੱਲ ਜਾਊ ਪੂਰੀ, ਕਿ ਨਹੀਂ ਮਹੀਨੇ ਦੇ ਮਾਫੀ ਵਾਲੇ। ਦੇਖੋ ਰੰਧਾਵਾ ਸਾਹਿਬ, ਜਿਹੜੀ 300 ਯੂਨਿਟ ਵਾਲੀ ਗੱਲ ਤੁਸੀਂ ਕੀਤੀ ਆ, ਉਹ ਤਾਂ ਮੈਨੂੰ ਲੱਗਦਾ ਕਿ ਔਖੀ ਚੱਲੂਗੀ। 20,243 ਕਰੋੜ ਰੁਪਇਆ ਬਿਜਲੀ ਸਬਸਿਡੀ ਦਾ ਇਕੱਲਾ ਹੈਗਾ। ਇੰਨਾ ਤਾਂ ਸਾਨੂੰ ਸਾਡੇ ਪੂਰੇ ਸਟੇਟ ਦੇ ਵਿੱਚ ਜਿਹੜੀ GST ਇਕੱਠੀ ਹੁੰਦੀ ਹੈ ਸਾਡੀ ਆਪਣੀ, ਪੰਜਾਬ ਦੀ ਆਪਣੀ, ਉਹ ਵੀ ਇਸ ਤੋਂ ਘੱਟ ਹੈ। ਤੇ ਤੁਸੀਂ ਦੇਖੋ ਅਸੀਂ ਬਿਜਲੀ ਸਬਸਿਡੀ ਉਸ ਤੋਂ ਜ਼ਿਆਦਾ ਦੇ ਰਹੇ ਹਾਂ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤੀ ਜ਼ਿਆਦਾ ਲੰਬੇ ਟਾਈਮ ਤੱਕ ਇਹਨੂੰ ਸਸਟੇਨ ਕੀਤਾ ਜਾ ਸਕਦਾ। ਪਰ ਜਿਹੜੀ ਇਹ ਵਾਲੀ ਗੱਲ ਹੈਗੀ ਹੈ, ਜਿਹੜੀ ਦੂਸਰੀ ਆਈ ਹੈ ਥਰਮਲ ਪਲਾਂਟਾਂ ਦੀ। ਥਰਮਲ ਪਲਾਂਟ ਜਿਹੜੇ ਹੈਗੇ ਨੇ, ਜਿਹੜੇ ਏਰੀਆਜ਼ ਦੇ ਵਿੱਚ ਵੀ ਲੱਗੇ ਹੋਏ ਨੇ, ਉੱਥੇ ਪੋਲੂਸ਼ਨ ਨਾਲ ਲੋਕ ਬਹੁਤ ਤੰਗ ਰਹਿੰਦੇ ਨੇ। ਤੇ NGT ਨੇ ਵੀ ਇਹ ਗੱਲ ਕੀਤੀ ਸੀ ਵੀ ਇਹਨਾਂ ਜਿਹੜੇ ਥਰਮਲ ਪਲਾਂਟਸ ਨੇ ਜਿਹੜੇ ਇਸ ਨੂੰ ਕਹਿੰਦੇ ਨੇ ਜੀ ਫਲੂ ਗੈਸ ਡੀਸਲਫਰਾਈਜ਼ੇਸ਼ਨ। ਇਹ ਬੜਾ ਔਖਾ ਜਿਹਾ ਨਾਂ ਹੈ, FGD ਆਪਾਂ ਕਹਿ ਲੈਂਦੇ ਇਹਨੂੰ ਸਿੱਧਾ ਸਿੱਧਾ, ਉਹ ਜ਼ਿਆਦਾ ਸੌਖਾ ਸਮਝਾਊਗਾ। ਤੇ ਉਹ ਜਿਹੜਾ ਲਗਾਉਣਾ ਹੈਗਾ ਉਹ ਜ਼ਰੂਰੀ ਹੈਗਾ ਵੀ ਜੇ ਲੱਗ ਜੇ ਤਾਂ ਉਹਦੀ ਜਿਹੜੀ ਉਹਦਾ ਜਿਹੜਾ ਪ੍ਰਦੂਸ਼ਣ ਦਾ ਲੈਵਲ ਹੈ ਉਹ ਘਟ ਜਾਏਗਾ। ਤੇ ਇਹਦੇ ਲਈ ਗਾਈਡ ਉਹਨਾਂ ਨੂੰ ਦਿੱਤਾ, ਟਾਈਮ ਦਿੱਤਾ ਸੀ, 5 ਸਾਲਾਂ ਦਾ ਵੀ ਦਿੱਤਾ ਸੀ, ਲੇਕਿਨ ਕਿਸੇ ਵੀ ਥਰਮਲ ਪਲਾਂਟ ਨੇ ਉਹਨੂੰ ਪੂਰਾ ਨਹੀਂ ਕੀਤਾ ਹੈਗਾ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇਸ ਦੇ ਉੱਤੇ ਗੱਲ ਚੱਲੀ ਸੀ ਵੀ ਅਸੀਂ ਇਹਨਾਂ ਨੂੰ, ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ, ਇਹਨਾਂ ਨੂੰ ਬਿਨਾਂ ਚੱਲੇ ਵੀ ਅਸੀਂ ਪੈਸਾ ਦਿੰਦੇ ਹਾਂ। ਜਦੋਂ ਸਾਨੂੰ ਲੋੜ ਨਹੀਂ ਹੁੰਦੀ ਬਿਜਲੀ ਦੀ ਤਾਂ ਇਹ ਥਰਮਲ ਪਲਾਂਟ ਖੜ ਜਾਂਦੇ ਨੇ, ਪਰ ਸਾਨੂੰ ਇੱਕ ਮੁਸ਼ਤ ਜਿਹੜੀ ਪੇਮੈਂਟ ਹੈ ਉਹਨਾਂ ਨੂੰ ਕਰਨੀ ਪੈਂਦੀ ਹੈ। ਉਹ ਜੋ ਲਗਭਗ 1200 ਕਰੋੜ ਰੁਪਏ ਦੀ ਐਵਰੇਜ ਹੈ ਪਰ ਈਅਰ ਦੀ। ਇਹ ਇੱਕ ਵਾਰ ਸੁਨੀਲ ਜਾਖੜ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕੀਤੀ ਸੀ। ਪਰ ਜਦੋਂ NGT ਦਾ ਇਹ ਵਾਲਾ ਇਸ਼ੂ ਆਇਆ ਸੀ ਤਾਂ ਉਹਨਾਂ ਨੇ ਕਿਹਾ ਵੀ ਹੁਣ ਸਰਕਾਰ ਕੋਲ ਇੱਕ ਮੌਕਾ ਹੈ। ਉਹ ਇਹਨਾਂ ਨਾਲ, ਇਸ ਨਾਲ, ਜਦੋਂ ਉਹਨਾਂ ਦੀ ਸਰਕਾਰ ਆ ਗਈ ਸੀ, ਕੈਪਟਨ ਸਾਹਿਬ ਦੀ ਸਰਕਾਰ ਆ ਗਈ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਇੱਕ ਸੁਜੈਸਟ ਕੀਤਾ ਸੀ ਕਿ ਹੁਣ ਤੁਸੀਂ ਇਹਨਾਂ ਥਰਮਲ ਪਲਾਂਟਸ ਦੀ ਆਰਮ ਟਵਿਸਟਿੰਗ ਕਰ ਸਕਦੇ ਹੋ ਕਿ ਘੱਟੋ ਘੱਟ ਜਾਂ ਤਾਂ ਪਹਿਲਾਂ ਤੁਸੀਂ ਇਹ ਲਗਾਓ, ਅਦਰਵਾਈਜ਼ ਨਹੀਂ ਤਾਂ ਤੁਸੀਂ ਇਸ ਤੇ ਨੈਗੋਸੀਏਸ਼ਨ ਕਰੋ ਦੁਬਾਰਾ ਕਿ ਅਸੀਂ ਬਿਨਾਂ ਚੱਲੇ ਵਾਲੇ ਜਿਹੜੇ ਪੈਸੇ ਹੈਗੇ ਆ ਉਹ ਨਹੀਂ ਲਵਾਂਗੇ। ਪਰ ਸਰਕਾਰਾਂ ਨੇ ਇਸ ਵੱਲ ਕੋਈ ਕਦਮ ਨਹੀਂ ਵਧਾਇਆ ਹੈਗਾ। ਈਵਨ ਜਿਹੜੇ ਸਾਡੇ ਸਰਕਾਰੀ ਥਰਮਲ ਪਲਾਂਟ ਨੇ ਉਹਨਾਂ ਨੇ ਵੀ ਹਜੇ ਤੱਕ ਕੋਈ ਇਨੀਸ਼ੀਏਟਿਵ ਨਹੀਂ ਲਿਆ ਇਸ ਦੇ ਉੱਤੇ, FGD ਲਗਾਉਣ ਦੇ ਉੱਤੇ। ਤੇ ਤੁਸੀਂ ਦੇਖੋ ਵੀ ਸਾਡੇ ਲਈ ਪੋਲੂਸ਼ਨ ਨਾ ਜਿਹੜਾ ਕਦੇ ਕੋਈ ਉਹ ਰਿਹਾ ਹੀ ਨਹੀਂ, ਮਤਲਬ ਗੰਭੀਰ ਸਬਜੈਕਟ ਹੀ ਨਹੀਂ ਰਹਿੰਦਾ। ਅਸੀਂ ਬਹੁਤ ਅਵੇਸਲੇ ਹਾਂ, ਲੋਕ ਵੀ ਇਸ ਦੇ ਉੱਤੇ ਕੋਈ ਜ਼ਿਆਦਾ ਮੁਹਿੰਮ ਨਹੀਂ ਚਲਾਉਂਦੇ ਕਿ ਹਾਂ ਜੇ 5 ਸਾਲ ਉਹਨਾਂ ਨੂੰ ਕਿਹਾ ਸੀ ਤਾਂ ਅਜੇ ਤੱਕ ਹੋਇਆ ਕਿਉਂ ਨਹੀਂ। ਲੋਕ ਇਹ ਪੁੱਛਣ ਤਾਂ ਸਹੀ ਘੱਟੋ ਘੱਟ ਆਪਣੀਆਂ ਸਰਕਾਰਾਂ ਤੋਂ। ਸੋ ਦੂਜਾ ਜਿਹੜਾ ਸਵਾਲ ਤੁਸੀਂ ਕਿਹਾ ਫ੍ਰੀ ਬਿਜਲੀ ਦਾ, ਜਿਹੜਾ ਦਿੱਲੀ ਵਾਲੀ ਗਵਰਨਮੈਂਟ ਦੇ ਉੱਤੇ ਇਹ ਚੱਲ ਪਿਆ, LG ਦੇ ਥਰੂ ਸ਼ਾਇਦ ਇਹਨੂੰ ਬੰਦ ਕਰਨ ਦੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ LG ਦੇ ਥਰੂ ਇਹਨੂੰ ਬੰਦ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਕਹਿਤਾ ਹੈ ਕਿ 5 ਕਿਲੋਵਾਟ ਤੱਕ ਸੀਮਿਤ ਕਰੋ ਇਹਨੂੰ। ਜਿਨ੍ਹਾਂ ਦਾ 5 ਕਿਲੋਵਾਟ ਦਾ ਲੋਡ ਹੈ ਉਹਨਾਂ ਨੂੰ ਹੀ ਸਿਰਫ ਇਹ ਜਿਹੜਾ ਸੁਵਿਧਾ ਹੈ ਦੇਣੀ ਹੈ, ਬਾਕੀਆਂ ਨੂੰ ਨਹੀਂ ਦੇਣੀ। ਇਹਦੇ ਉੱਤੇ ਥੋੜਾ ਜਿਹਾ ਰਫੜ ਹੁਣ ਉੱਥੇ ਸ਼ੁਰੂ ਹੋ ਗਿਆ। ਨੈਚੁਰਲੀ ਹੈ ਕਿ ਜੇ ਉੱਥੇ ਕੁਝ ਫੈਸਲਾ ਹੁੰਦਾ ਹੈ ਉਹਦਾ ਅਸਰ ਪੰਜਾਬ ਦੇ ਉੱਤੇ ਵੀ ਆਣਾ ਹੀ ਹੈ, ਕਿਉਂਕਿ ਉਹ ਤਾਂ ਹਜੇ 200 ਯੂਨਿਟ ਦਿੰਦੇ ਆ ਫ੍ਰੀ, ਅਸੀਂ 300 ਯੂਨਿਟ ਦਿੰਦੇ ਆ ਫ੍ਰੀ, 100 ਹੋਰ ਅਸੀਂ ਜ਼ਿਆਦਾ ਦਿੰਦੇ ਆ। ਤੇ ਮੈਨੂੰ ਲੱਗਦਾ ਕਿ ਇੱਥੇ ਵੀ ਇਹ ਆਏਗਾ ਔਰ ਇਹ ਹੋਣਾ ਵੀ ਚਾਹੀਦਾ। ਦੇਖੋ ਸਸਟੇਨ ਕਰਨਾ
ਬਹੁਤ ਮੁਸ਼ਕਿਲ ਹੋ ਜਾਏਗਾ ਸਰਕਾਰ ਨੂੰ। ਕਿਤੇ ਕੱਲ ਨੂੰ ਇਹ ਨਾ ਹੋਏ ਕਿ ਜਿਹੜੇ ਲੋਕ ਪੇ ਕਰ ਰਹੇ ਨੇ, ਰੈਗੂਲਰ ਪੇ ਕਰ ਰਹੇ ਨੇ ਔਰ ਸਬਸਿਡੀ ਵੀ ਨਹੀਂ ਲੈ ਰਹੇ, ਕੱਲ ਨੂੰ ਉਹਨਾਂ ਦੇ ਉੱਤੇ ਵੀ ਅਸਰ ਆਏ ਕਿ ਜਦੋਂ ਪਲਾਂਟ ਹੀ ਬੰਦ ਹੋ ਗਏ ਜਾਂ ਥੋੜਾ ਡਿਸਟ੍ਰੀਬਿਊਸ਼ਨ ਸਿਸਟਮ ਹੀ ਢਹਿ ਹੋ ਗਿਆ, ਫਿਰ ਤਾਂ ਸਭ ਦੇ ਉੱਤੇ ਹੀ ਅਸਰ ਆਊਗਾ। ਮੈਨੂੰ ਲੱਗਦਾ ਕਿ ਇਹਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈਗੀ ਹੈ ਇਸ ਇਸ਼ੂ ਦੇ ਉੱਤੇ। ਮੈਨੂੰ ਤਾਂ ਸ਼ੱਕ ਪੈਂਦਾ ਕਿਤੇ ਇਹ ਨਾ ਹੋਵੇ ਕਿ ਜਿਨ੍ਹਾਂ ਤੇ ਭਾਰ ਪੈ ਜਾਂਦਾ ਇਹ ਕਹਿ ਕੇ ਤੁਸੀਂ ਤਾਂ ਸਰਦੇ ਪੁੱਜਦੇ ਹੋ, ਤੁਹਾਨੂੰ ਤਾਂ ਦੇਣਾ ਚਾਹੀਦਾ, ਉਹ ਸਾਰੇ ਕਿਸੇ PIL ਦੇ ਰੂਪ ਚ ਹਾਈ ਕੋਰਟ ਚਲੇ ਜਾਣ ਕਿ ਅਸੀਂ ਦੂਜਿਆਂ ਦਾ ਭਾਰ ਕਿਉਂ ਝੱਲੀਏ। ਜੇ ਅਸੀਂ ਸਰਦੇ ਪੁੱਜਦੇ ਹਾਂ ਤੇ ਅਸੀਂ ਓਨੀ ਮਿਹਨਤ ਕਰਦੇ ਹਾਂ, ਉੱਪਰਲੀ ਲੇਅਰ ਦੇ ਵਿੱਚ ਆਉਣ ਲਈ ਕਿੰਨੀ ਮਸ਼ੱਕਤ ਕਰਨੀ ਪੈਂਦੀ ਆ, ਇਹ ਪਲੀ ਲੈ ਕੇ ਜੇਕਰ ਉਹ ਚਲੇ ਜਾਂਦੇ ਨੇ ਤੇ ਮੈਨੂੰ ਲੱਗਦਾ ਸਰਕਾਰਾਂ ਲਈ ਬਹੁਤ ਔਖਾ ਹੋ ਜਾਊਗਾ। ਸਰਕਾਰਾਂ ਲਈ ਸਬਸਿਡੀਜ਼ ਦੇ ਰੂਪ ਵਿੱਚ ਅਨਨੈਸੈਸਰਲੀ ਦਿੱਤੀਆਂ ਜਾਂਦੀਆਂ ਛੋਟਾਂ ਕੱਲ ਨੂੰ ਜੇ ਖਜ਼ਾਨੇ ਦੀ ਸਥਿਤੀ ਨਾਲ ਜੋੜ ਦਿੱਤੀਆਂ ਜਾਣ ਕਿ ਤੁਹਾਡੇ ਰੈਵਨਿਊ ਮਾਡਲ ਕੀ ਨੇ, ਤੁਹਾਡਾ ਰੈਵਨਿਊ ਰਿਸੀਪਟਸ ਕੀ ਨੇ, ਫਿਰ ਤੁਸੀਂ ਕਿਸੇ ਨੂੰ ਫ੍ਰੀ ਫੰਡ ਦਿਆ ਕਰੋ ਕੁਝ। ਮੈਨੂੰ ਲੱਗਦਾ ਉਹ ਵੇਲਾ ਆਉਣ ਵਾਲਾ ਹੈ ਜਦੋਂ ਵੱਡੀ ਗੱਲ ਨਹੀਂ ਕਿ ਕੋਰਟਾਂ ਇਹਦੇ ਵਿੱਚ ਨਿਆਂ ਦੇ ਨਜ਼ਰੀਏ ਤੋਂ ਦਖਲ ਦੇਣ ਕਿ ਤੁਸੀਂ ਅਨਿਆਂ ਕਰਦੇ ਹੋ, ਕੁਝ ਨੂੰ ਰਾਤਾਂ ਬਹੁਤ ਇਲੈਕਸ਼ਨ ਲਈ, ਚੋਣਾਂ ਲਈ, ਵੋਟਾਂ ਲਈ, ਤੇ ਕਈਆਂ ਨੂੰ ਤੁਸੀਂ ਪਿੱਸੀ ਜਾਂਦੇ ਹੋ। ਇਹ ਮਾਮਲੇ ਵੀ ਉੱਠਣ ਵਾਲੇ ਆ। ਸੋਸਾਇਟੀ ਦਾ ਇਹ ਅਸੰਤੁਲਨ ਬਹੁਤ ਦੇਰ ਤੱਕ ਰਹਿੰਦਾ ਨਹੀਂ ਹੁੰਦਾ। ਜਿਹੜਾ ਆਉਂਦਾ ਉਹ ਕਹਿੰਦਾ ਅਸੀਂ ਦੂਜੇ ਨਾਲੋਂ ਵੱਧ ਦੇਾਂਗੇ, ਜਿਹੜਾ ਆਵੇ ਉਹ ਕਵੇ ਅਮਨ ਕਾਨੂੰਨ ਦੇਾਂਗੇ, ਰਹਿਣਯੋਗ ਪਰਿਸਥਿਤੀਆਂ ਦੇਾਂਗੇ, ਸਹੂਲਤਾਂ ਦੇਾਂਗੇ, ਬੁਨਿਆਦੀ ਤੌਰ ਤੇ ਟੈਕਸ ਲੈਣਾ ਹੈ ਤਾਂ ਕੁਝ ਦੇਣਾ ਵੀ ਚਾਹੀਦਾ। ਉਹ ਉੱਤੋਂ ਸਾਰੇ ਭੱਜੀ ਫਿਰਦੇ ਆ, ਮੁਨਕਰ ਹੋਈ ਫਿਰਦੇ ਆ। ਇੱਕ ਦਿਨ ਹਰੇਕ ਚੀਜ਼ ਦਾ ਸੈਚੂਰੇਸ਼ਨ ਆਉਂਦਾ ਹੈ। ਪੋਲਿਟਿਕਸ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਦਾ ਵੀ ਕੋਈ ਸੈਚੂਰੇਸ਼ਨ ਪੁਆਇੰਟ ਤਾਂ ਹੋਏਗਾ। ਭਾਸਕਰ ਸਾਹਿਬ ਮੁਸਕਰਾ ਰਹੇ ਹੋ, ਇੱਕ ਲਾਈਨ ਕਹਿ ਸਕਦੇ ਹੋ ਜਿਹੜੀ ਕਹਿਣੀ ਹੈ। ਹਾਲਾਂਕਿ ਅਤੀਸ਼ੀ ਜਿਹੜੀ ਦਿੱਲੀ ਦੀ ਨਵੀਂ ਮੰਤਰੀ ਹੈ, ਉਹਨੇ ਇਸ ਮਾਮਲੇ ਦੇ ਉੱਤੇ ਕੱਲ ਪ੍ਰੈਸ ਕਾਨਫਰੰਸ ਕਰਦੇ ਹੋਏ ਤੁਹਾਡੀ ਵਾਲੀ ਗੱਲ ਨੂੰ ਦੁਹਰਾਇਆ। ਉਹ ਕਹਿੰਦੀ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ, ਉਹ ਕਹਿੰਦੇ ਫੇਰ ਕਹਿੰਦੇ ਕੇਜਰੀਵਾਲ ਲੜਦਾ ਹੈ। ਇਹ ਗੱਲ ਉਹਨਾਂ ਨੇ ਗਵਰਨਰ ਸਾਹਿਬ ਨੂੰ ਕਹੀ ਤੇ ਗਵਰਨਰ ਸਾਹਿਬ ਦੇ ਦਫ਼ਤਰਾਂ ਨੂੰ ਵੀ ਰਿਐਕਸ਼ਨ ਆ ਗਿਆ ਸੀ। ਕਹਿੰਦੇ ਮੈਂ ਨਹੀਂ ਕਹਿੰਦਾ ਸਬਸਿਡੀ ਬੰਦ ਕਰ ਦਿਓ, ਮੈਂ ਕਿੱਥੇ ਕਿਹਾ, ਮੈਂ ਤੇ ਇਹ ਕਹਿ ਰਿਹਾ ਰੈਸ਼ਨਲਾਈਜ਼ ਕਰ ਦਿਓ, ਗਰੀਬ ਲੋਕਾਂ ਨੂੰ ਸਬਸਿਡੀ ਦੀ ਲੋੜ ਹੈ ਉਹ ਦਿਓ, ਪਰ ਅਮੀਰਾਂ ਨੂੰ ਕਿਉਂ ਦਿੰਦੇ ਹੋ। ਹੁਣ ਇਹ ਗੱਲ ਫਿਰ ਦੁਬਾਰਾ ਇੱਕ ਬਹਿਸ ਦਾ ਮੁੱਦਾ ਤੇ ਬਣਿਆ। ਔਰ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਦਿੱਲੀ ਸਰਕਾਰ ਦੀ ਮਾੜੀ ਮੋਟੀ ਜੀ ਤਾਰੀਫ ਵੀ ਕਰਤੀ ਸੀ। ਮਾਹੌਲ ਚੇਂਜ ਹੋ ਰਿਹਾ, ਮੌਸਮ ਚੇਂਜ ਹੋ ਰਿਹਾ, ਅੱਗੇ ਚੱਲ ਕੇ ਗਵਰਨਰ ਸਾਹਿਬ ਕੇਜਰੀਵਾਲ ਨੂੰ ਮੋਢੇ ਤੇ ਚੱਕ ਕੇ ਘੁੰਮਣ, ਇਹਦੇ ਵੀ ਹੁਣ ਆਗਾਜ਼ ਜਿਹਾ ਲੱਗਦਾ। ਪਰ ਚਲੋ ਹੋਣਾ ਨਹੀਂ ਹੈ, ਕਿਉਂਕਿ ਜਾਂ ਤੇ ਫਿਰ ਉਹ ਲੈਫਟੀਨੈਂਟ ਗਵਰਨਰ ਨਹੀਂ ਰਹਿਣਗੇ ਜਾਂ ਫਿਰ ਕੇਜਰੀਵਾਲ ਮੁੱਖ ਮੰਤਰੀ ਨਹੀਂ ਰਹਿਣਗੇ। ਇਹ ਮੋਢੇ ਵਾਲੀ ਗੱਲ ਨੂੰ ਤੁਸੀਂ ਕੱਟ ਹੀ ਦਿਓ ਤੇ ਜ਼ਿਆਦਾ ਠੀਕ ਹੈ। ਦੋਵੇਂ ਹੀ ਰਹਿਣਗੇ ਤੇ ਇਹ ਜਿਹੜੇ ਫਰੈਂਡਲੀ ਮੈਚ ਜੇ ਹੁੰਦੇ ਨਾ ਉਹ ਚੱਲਦੇ ਹੀ ਰਹਿਣਗੇ। ਮੈਨੂੰ ਲੱਗਦਾ ਇਹ ਸੰਵਿਧਾਨਕ ਤੇ ਚੁਣੇ ਹੋਏ ਅਹੁਦੇ ਦੋਨੇ ਹੀ ਆਪਣੇ ਆਪਣੇ ਬੌਸ ਨੂੰ, ਮਤਲਬ ਇੱਕ ਲੋਕਾਂ ਨੂੰ, ਇੱਕ ਕੇਂਦਰ ਨੂੰ, ਦੋਨਾਂ ਨੂੰ ਇਹ ਪਚਲਾਵੇ ਚ ਲਿਆਉਂਦੇ ਰਹਿੰਦੇ ਆ ਕਿ ਅਸੀਂ ਤੁਹਾਡੇ ਆ, ਅਸੀਂ ਕਰ ਰਹੇ ਹਾਂ ਜੋ ਤੁਹਾਡੀ ਇੱਛਾ ਹੈ ਉਵੇਂ ਹੀ ਕਰ ਰਹੇ ਹਾਂ। ਪਰ ਕਿੰਨੀ ਦੇਰ ਇਹ ਭਰਮ ਟੁੱਟਣੇ ਚਾਹੀਦੇ ਆ। ਹਰੇਕ ਨੂੰ ਜ਼ਿੰਮੇਵਾਰੀ ਪੁੱਟਣੀ ਚਾਹੀਦੀ ਆ, ਓੜਨੀ ਚਾਹੀਦੀ ਆ, ਤੇ ਉਸੇ ਸੰਦਰਭ ਦੇ ਵਿੱਚ ਜਿਹੜੀਆਂ ਸਹੁੰਆਂ ਖਾਧੀਆਂ ਕੰਮ ਕਰਨੇ ਚਾਹੀਦੇ ਆ। ਇਹ ਛਲੇਡਾ ਬਿਰਤੀ ਛੱਡ ਦੇਣੀ ਚਾਹੀਦੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।